ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਾਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਾਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਰਧਿਓ ਸ਼ਰੀਰ ਬਹੁਰ ਚਲ ਆਏ, ਮਦਰ ਦੇਸ਼ ਨਿਰਖੇ ਹਰ ਖਾਏ। ਤੀਨ ਭਾਰ ਜਾ ਜਿਨ ਘਰ ਹੋਈ, ਨਾਮ ਆਜੀਤੋ ਦੀਰਘ ਸੋਈ। ਬਰਧਿਓ ਸ਼ਰੀਰ ਬਹੁਰ ਚਲ ਆਏ, ਮਦਰ ਦੇਸ਼ ਨਿਰਖੇ ਹਰ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਪ੍ਰਣਾਲੀ ਦਾ ਇਤਿਹਾਸ ਸਰਵਣ ਕਰਨਾ ਕੀਤਾ, ਜਿਸ ਤਹਿਤ ਸੰਖਿਪਤ ਦੇ ਵਿੱਚ ਕਵੀ ਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਯੰਤ ਤੱਕ ਗੁਰੂ ਪ੍ਰਣਾਲੀ ਦਾ ਉਚਾਰਨ ਕਰਨਾ ਕੀਤਾ। ਦਸਾਂ ਪਾਤਸ਼ਾਹੀਆਂ ਦਾ ਬਹੁਤ ਸੰਖਿਪਤ ਦੇ ਵਿੱਚ ਵੇਰਵਾ ਵੀ ਦਿੱਤਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਕਿੰਨੇ ਕੁ ਮਹਿਲ ਹੋਏ ਹਨ, ਮਹਾਰਾਜ ਜੀ ਦਾ ਪ੍ਰਕਾਸ਼ ਕਦੋਂ ਹੁੰਦਾ, ਗੁਰਤਾ ਗੱਦੀ ਕਦੋਂ ਪ੍ਰਾਪਤ ਹੁੰਦੀ ਹੈ, ਮਹਾਰਾਜ ਜੋਤੀ ਜੋਤ ਕਦੋਂ ਸਮਾਉਂਦੇ ਹਨ, ਕਿੰਨਾ ਚਿਰ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਨੂੰ ਭੋਗਣਾ ਕੀਤਾ, ਇਤਿਆਦਿਕ ਗੁਰੂ ਪ੍ਰਣਾਲੀ ਦਾ ਸੰਖੇਪਤ ਦੇ ਵਿੱਚ ਵੇਰਵਾ ਦਿੱਤਾ। ਆਪਾਂ ਨੇ ਨਾਵੇਂ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਯੰਤ ਤੱਕ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਪ੍ਰਣਾਲੀ ਨੂੰ ਸਰਵਣ ਕਰਨਾ ਕੀਤਾ। ਹੁਣ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਬਤ ਕਵੀ ਰਾਜ ਜੀ ਦੱਸਦੇ ਹਨ। ਫਿਰ ਪਿਆਰਿਓ ਕਥਾ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਫਿਰ ਇੱਥੋਂ ਆਰੰਭ ਹੋਵੇਗੀ। ਆਓ ਪਿਆਰਿਓ ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਹੈ ਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਬ੍ਰਿਧਿਓ ਸਰੀਰ ਬਹੁਰ ਚਲ ਆਏ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਕਵੀ ਰਾਜ ਜੀ ਨੇ ਵਰਣਨ ਕੀਤਾ ਸੀ, ਜਿਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਜਨਮ ਜਿਹੜਾ ਹੈ ਗੁਰਦੁਆਰਾ ਪਟਨਾ ਸਾਹਿਬ, ਗੁਰਦੁਆਰਾ ਜੋ ਹੁਣ ਸੁਸ਼ੋਭਿਤ ਹੈ 5 ਤਖਤਾਂ ਦੇ ਵਿੱਚੋਂ ਇੱਕ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਇੱਥੇ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੁੰਦਾ, ਸਤਿਗੁਰੂ ਮਹਾਰਾਜ ਜੀ ਦਾ ਭਾਵ ਕੇ ਜਨਮ ਹੁੰਦਾ। ਫਿਰ ਪਿਆਰਿਓ, ਜਦੋਂ ਮਹਾਰਾਜ ਜੀ ਦੀ ਆਰਬਲਾ ਵੱਧਦੀ ਹੈ, ਤਕਰੀਬਨ 5-6 ਸਾਲ ਦੀ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਆਰਬਲਾ ਹੋਈ, ਮਹਾਰਾਜ ਜੀ ਨੇ ਆਪ ਬਚਨ ਕਰਨਾ ਕੀਤਾ, ਮਦਰ ਦੇਸ ਹਮਕੋ ਲੈ ਆਏ। ਤਾਂ ਸਤਿਗੁਰੂ ਮਹਾਰਾਜ ਜੀ ਨੂੰ ਮਦਰ ਦੇਸ ਭਾਵ ਕੇ ਪੰਜਾਬ ਦੀ ਧਰਤੀ ਦੇ ਵਿੱਚ ਲਿਆਉਣਾ ਕੀਤਾ। ਮਦਰ ਦੇਸ਼ ਨਿਰਖੇ ਹਰ ਖਾਏ। ਮਦਰ ਦੇਸ਼ ਨੂੰ, ਕਿਉਂਕਿ ਜਿਹਨੂੰ ਆਪਾਂ ਪੰਜਾਬ ਬੋਲਦੇ ਹਾਂ, ਪਹਿਲੇ ਜ਼ਮਾਨੇ ਦੇ ਵਿੱਚ ਇਹਨੂੰ ਮਦਰ ਦੇਸ਼ ਦਾ ਮਤਲਬ ਕਿ ਮਾਤਰ ਭੂਮੀ ਮਦਰ ਦੇਸ਼ ਕਿਹਾ ਜਾਂਦਾ। ਤੇ ਮਦਰ ਦੇਸ਼ ਲੈ ਕਰਕੇ ਜਦੋਂ ਆਏ, ਭਾਂਤ ਭਾਂਤ ਦਾਇਨ ਦੁਲਰਾਏ, ਕੀਨੀ ਅਨਿਕ ਭਾਂਤ ਤਨ ਰੱਛਾ, दीनी भांत भांत की शिक्षा, जब हम धर्म कर्म मो आए, देवलोक तब पिता सिधाए। सतगुरु गुरु गोबिंद सिंह साहब जी महाराज जी ने यह बचन किया कि भांत भांत दाईयन दुलराए, तरह तरह के नाल जो दाई सन उन्होंने महाराज जी की सेवा करनी की, अनेकों तरह के नाल महाराज जी की राखी की है। ते सतगुरु पिता सतगुरु महाराज जी ने सिखलाई का काम इत्थे आरंभ करना कीता। दीनी भांत भांत की शिक्षा, तरह तरह की सिक्ख्या जो है कि अरबी पढ़ना है, फारसी का इल्म जिहड़ा है महाराज जी नूं दिता गया, संस्कृत का इल्म दिता गया, नाल घुड़सवारी हो गई है, पटेबाजी शस्त्र आदि चलाउणा इत्यादि तरह तरह की सिक्ख्या सतगुरु महाराज जी नूं मदर देश भाव के पंजाब की धरती दे विच भाव के श्री आनंदपुर साहिब जी दे विच दिता गया। तीन भार जा जिन घर होई। ते जदों सतगुरु महाराज जी वड्डे होए सन, गुरु के 3 महिला सन। नाम अजीतो दीर्घ सब तो वड्डे जिहड़े सी ना प्यारिओ, उन्हां दा नाम सी माता जीतो जी। पुत्र 3 उपजे बल भारी। इन्हां तो 3 साहिबजादे जिहड़े हन, उन्हां दा जन्म होया है। मनो अगन तीनों तन धारी। कवि राज जी बचन करते हैं, जानो कि अग्नि ने तेज प्रताप ने अपना रूप जेड़ा है 3 साहिबजादियां दे विच धारण करना कीता। अपर सुंदरी नाम पछानो। दूजे जो गुरु के महल जेड़े होए, उन्हां दा नाम सी माता सुंदरी जी। शुभ मत पतिव्रत धर्म निधानो। जिन्हां दी शुभ मत है, श्रेष्ठ मत दे धारनी हन, ते पति वरता धर्म दे विच जो निभण वाले हन, जिन्हां ने पति वरता धर्म नूं अपनाउणा कीता। इहो जे माता सुंदरी जी जो दूजे नंबर दे होए। तिसके सुत अजीत सिंह होवा। उन्हां दे जो सपुत्र होए हन, उन्हां दा नाम सी बाबा अजीत सिंह जी। नाम का अजीत हूँ, जीता ना जाऊंगा, गर जीत गया तो जीत के हार के वापस ना आऊंगा। बाबा अजीत सिंह साहब, इन्हां दे बाबत भी प्यारिओ कथा आउंदी है। सतगुरु गुरु गोबिंद सिंह साहब जी महाराज जी ने जदों उत्थे जंग करनी कीती, ਉਹ ਜੰਗ ਦੇ ਵਿੱਚ ਭਈ ਜੀਤ ਮੇਰੀ, ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ, ਜਯੰ ਗੀਤ ਗਾਏ। ਸਤਿਗੁਰੂ ਮਹਾਰਾਜ ਜੀ ਨੂੰ परमात्मा की कृपा दे नाल जदों जित की प्राप्ति होई, ते उस वेले सेवकां ने सिखां ने आकर के खबर दिती, सतगुरु महाराज आप जी नूं वधाइयां होवे, आप जी दे घर दे विच साहिबजादे दा जन्म होया। ते जित की खुशी दे विच सतगुरु महाराज जी ने बचन करना कीता, साहिबजादे दा नाम अजीत है, जिन्हों कोई जित नहीं सकता। सच प्यारिओ, बेशक शहीद हो गए, लेकिन किन्हां ने उन्होंने जितना नहीं करना कीता। इहो जे बाबा अजीत सिंह जो 4 साहिबजादियां दे विचों
ਸਭ ਤੋਂ ਵੱਡੇ ਹਨ ਜੇਠੇ ਹਨ। ਬਹੁ ਰਿਪ ਹੱਥ ਜੋ ਰਨ ਮਹਿ ਸੋਵਾ। ਜੋ ਬਹੁਤ ਸਾਰੇ ਵੈਰੀਆਂ ਦਾ ਨਾਸ਼ ਕਰਕੇ ਰਣ ਭੂਮੀ ਦੇ ਵਿੱਚ ਚਮਕੌਰ ਦੇ ਖੇਤਰ ਦੇ ਵਿੱਚ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਵੈਰੀ ਦਾ ਟਿੱਡੀ ਦਲ ਚੜ ਕਰਕੇ ਆਇਆ ਸੀ, ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਤੇ ਦੂਜੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਜੂਝ ਤੇ ਜੱਤ ਜਿਹੜਾ ਹੈ ਉਹਨੂੰ ਧਾਰਨ ਕੀਤਾ। ਤੇ ਫਿਰ ਬਾਅਦ ਦੇ ਵਿੱਚ ਉਹ ਅਵਸਥਾ ਦੇ ਵਿੱਚ ਮਾਤਾ ਸਾਹਿਬ ਦੇਵਾਂ ਜੀ ਦੇ ਨਾਲ ਜਦੋਂ ਵਿਵਾਹ ਹੋਇਆ, ਤੇ ਧੰਨ ਹਨ ਮਾਤਾ ਸਾਹਿਬ ਦੇਵਾਂ ਜੀ ਜਿਨ੍ਹਾਂ ਨੇ ਕੁਆਰੇ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੇਵਾ ਕਰਨੀ ਕੀਤੀ, ਮਹਾਰਾਜ ਜੀ ਦੇ ਪ੍ਰਤੀ ਆਪਣਾ ਜੀਵਨ ਜਿਹੜਾ ਸਮਰਪਿਤ ਕਰਨਾ ਕੀਤਾ। ਜਿਹੜਾ ਆਪਾਂ ਬਚਨ ਪੜਦੇ ਨਾ ਧਨ ਫਿਰ ਇਹ ਨਾ ਆਖੀਐ, ਬਹਿਨ ਇਕੱਠੇ ਜੋਤ ਦੋਏ ਮੂਰਤੀ ਧਨ ਰਹੀ ਹੋਏ। ਆਪਣੀ ਦ੍ਰਿਸ਼ਟੀ ਦੇ ਵਿੱਚ ਪਿਆਰਿਓ ਵਿਵਾਹ ਜਿਹੜਾ ਹੈ ਆਪਾਂ ਇਹੀ ਸੋਚਦੇ ਹਾਂ ਕਿ ਉਹ ਸ਼ਰੀਰਾਂ ਦਾ ਮੇਲ ਹੈ, ਅਗਲੀ ਪੀੜ੍ਹੀ ਦਾ ਉਹ ਉਤਪਤੀ ਕਰਨੀ ਹੈ, ਉਹਨੂੰ ਜਨਮ ਦੇਣਾ। ਸਿਰਫ ਸ਼ਾਰੀਰਿਕ ਸੰਬੰਧ ਦੇ ਨਾਲ ਹੀ ਪਿਆਰਿਓ ਆਪਾਂ ਵਿਵਾਹ ਕਾਰਜ ਨੂੰ ਵੇਖਦੇ ਹਾਂ, ਲੇਕਿਨ ਸੱਚ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਮਾਤਾ ਸਾਹਿਬ ਦੇਵਾਂ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ, ਇਹ ਪਿਆਰਿਓ ਦੋ ਸਰੀਰ ਦਾ ਮੇਲ ਨਹੀਂ, ਦੋ ਆਤਮਾਵਾਂ ਦਾ ਮੇਲ ਹੈ। ਸਰੀਰ ਤਾਂ ਪਿਆਰਿਓ ਜਿੱਥੇ ਆਤਮਾ ਮਿਲ ਜਾਵੇ, ਏਕ ਜੋਤ ਦੋਏ ਮੂਰਤੀ ਹੋ ਜਾਣ, ਉਥੇ ਸਰੀਰ ਤਾਂ ਬਹੁਤ ਦੂਰ ਰਹਿ ਜਾਂਦਾ। ਇਸ ਤਰ੍ਹਾਂ ਮਾਤਾ ਸਾਹਿਬ ਦੇਵਾਂ ਜੀ ਜੋ ਕੁਆਰਾ ਡੋਲਾ ਕਰਕੇ ਗੁਰੂ ਘਰ ਦੇ ਵਿੱਚ ਰਹੇ, ਤਾਹੇ ਖਾਲਸਾ ਪੁੱਤਰ ਅਪਾਰਾ। ਸਤਿਗੁਰੂ ਮਹਾਰਾਜ ਜੀ ਨੇ ਖਾਲਸਾ ਜਿਹੜਾ ਹੈ ਮਾਤਾ ਸਾਹਿਬ ਦੇਵਾਂ ਜੀ ਦੇ ਝੋਲੀ ਦੇ ਵਿੱਚ ਪਾਉਣਾ ਕੀਤਾ। ਇਹਦੇ ਪਿੱਛੇ ਵੀ ਪਿਆਰਿਓ ਇੱਕ ਸਾਖੀ ਆਉਂਦੀ ਹੈ। ਮਾਤਾ ਸਾਹਿਬ ਦੇਵਾਂ ਜੀ ਕਿਉਂਕਿ ਪਿਆਰਿਓ ਮਾਂ ਹੈ, ਇਸਤਰੀ ਹੈ, ਇਸਤਰੀ ਦੇ ਮਨ ਦੇ ਵਿੱਚ ਵਿਦਵਾਨ ਸਿਆਣੇ ਕਹਿੰਦੇ ਹਨ, ਤੇ ਜਦੋਂ ਤੱਕ ਇੱਕ ਬੱਚੀ ਮਾਂ ਨਾ ਬਣ ਜਾਵੇ ਉਦੋਂ ਤੱਕ ਪਿਆਰਿਓ ਉਹ ਪੂਰੀ ਨਹੀਂ ਹੋ ਸਕਦੀ ਹੈ, ਉਹ ਅਧੂਰੀ ਰਹਿੰਦੀ ਹੈ। ਹਰ ਇੱਕ ਇਸਤਰੀ ਨੂੰ ਪਿਆਰਿਓ ਇਹ ਮਨ ਦੇ ਵਿੱਚ ਚਾਹ ਹੁੰਦਾ ਕਿ ਭਾਈ ਮੇਰਾ ਵਿਵਾਹ ਹੋਵੇ, ਉਸ ਤੋਂ ਬਾਅਦ ਮੈਂ ਮਾਂ ਬਣਨਾ ਕਰਾਂ। ਜਦੋਂ ਉਹ ਕੋਈ ਇਸਤਰੀ ਮਾਂ ਬਣਦੀ ਹੈ ਤਾਂ ਪਿਆਰਿਓ ਉਹ ਸਫਲ ਹੋ ਜਾਂਦੀ ਹੈ, ਉਹ ਸੁਫਲ ਹੋ ਜਾਂਦੀ। ਤੇ ਪਾਤਸ਼ਾਹ ਜੀ ਮਹਾਰਾਜ ਮੇਰੇ ਮਨ ਦੇ ਵਿੱਚ ਵੀ ਚਾਹ ਪੈਦਾ ਉੱਠਦਾ ਜਦੋਂ ਦੂਜੀਆਂ ਮਾਵਾਂ ਆਪਣੇ ਬੱਚਿਆਂ ਨੂੰ ਲਾੜ ਲਡਾਉਂਦੀਆਂ, ਤੇ ਮੇਰੇ ਮਨ ਦੇ ਵਿੱਚ ਵੀ ਚਾਹ ਹੁੰਦਾ ਕਿ ਮੇਰੀ ਹਰੀ ਭਰੀ ਵੇ। ਤੇ ਆਪ ਜੀ ਨੇ ਬ੍ਰਹਮਚਰੀਆ ਦਾ ਜੀਵਨ ਜਿਹੜਾ ਹੈ ਯਾਪਨ ਕਰਨਾ ਕੀਤਾ। ਹੁਣ ਮੈਂ ਕੀ, ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ ਸਾਹਿਬ ਦੇਵਾਂ ਜੀ, ਅੰਮ੍ਰਿਤ ਵੇਲੇ ਆਓ ਇਸ਼ਨਾਨ ਕਰਕੇ। ਮਾਤਾ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਗਏ, ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਖਾਲਸਾ ਜਿਹੜਾ ਪੰਥ ਹੈ, ਖਾਲਸਾ ਸਾਡਾ ਪੁੱਤ ਫਰਜ਼ੰਦ ਹੈ, ਅਸੀਂ ਆਪ ਜੀ ਨੂੰ ਖਾਲਸੇ ਦੀ ਮਾਤਾ ਬਣਾਉਣਾ ਕੀਤਾ। ਆਪ ਜੀ ਇੱਕ ਦੋ ਬੱਚਿਆਂ ਦੀ ਮਾਂ ਨਹੀਂ ਹੋ, ਸਰਬੱਤ ਖਾਲਸੇ ਪੰਥ ਦੀ ਤੁਸੀਂ ਮਾਤਾ ਹੋਗੇ। ਸਤਿਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਉਹਨਾਂ ਦੇ ਝੋਲੀ ਦੇ ਵਿੱਚ ਪਾ ਕਰਕੇ ਕਿਹਾ ਕਿ ਅੱਜ ਤੋਂ ਬਾਅਦ ਜਿਹਨੇ ਵੀ ਅੰਮ੍ਰਿਤ ਦੀ ਦਾਤ ਲੈਣੀ ਹੈ ਉਹਨੂੰ ਇਹ ਸਿੱਖਿਆ ਦਿੱਤੀ ਜਾਵੇਗੀ ਕਿ ਸਾਡੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਸਾਡੀ ਗੁਰੂ ਮਾਤਾ ਜਿਹੜੀ ਹੈ ਉਹ ਮਾਤ ਸਾਹਿਬ ਦੇਵਾਂ ਜੀ ਹਨ। ਤੇ ਇੰਜ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਮਾਤਾ ਜੀ ਦੇ ਝੋਲੀ ਦੇ ਵਿੱਚ ਪਾ ਕਰਕੇ ਖਾਲਸੇ ਦੀ ਮਾਤਾ ਦਾ ਜੋ ਖਿਤਾਬ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ ਹੈ। ਇਮ ਸਾਹਿਬ ਦਸਵੇਂ ਪਤਸ਼ਾਹੂ, ਤੇ ਉਹਨਾਂ ਨੇ ਫਿਰ ਇੰਜ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਰਕਨ ਸੋਰਨ ਕਰ ਉਤਸ਼ਾਹੂ, ਤੁਰਕਾਂ ਦੇ ਨਾਲ ਪਿਆਰਿਓ ਬਹੁਤ ਉਤਸ਼ਾਹ ਦੇ ਨਾਲ ਧਰਮ ਹੇਤ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸਾਰੇ ਸਾਕੇ ਕਰਨੇ ਕੀਤੇ, ਜੰਗਾਂ ਲੜਨੀਆਂ ਕੀਤੀਆਂ। ਅਨੇਕ ਪ੍ਰਕਾਰਨ ਕੀਨ ਅਖਾਰੇ, ਅਨੇਕ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਸ਼ਿਕਾਰ ਆਦਿਕ ਖੇਡ ਕਰਕੇ ਜੀਆਂ ਦਾ ਉਧਾਰ ਕਰਿਆ ਕਰਦੇ ਸਨ। ਕਰ ਪੁਰਸ਼ਾਰਥ ਕੋ ਰਿਪ ਮਾਰੇ, ਪੁਰਸ਼ਾਰਥ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵੈਰੀ ਦਲ ਦਾ ਖਾਤਮਾ ਕਰਨਾ ਕੀਤਾ, ਵੈਰੀਆਂ ਦਾ ਸੰਘਾਰ ਕੀਤਾ ਹੈ। ਪੰਥ ਖਾਲਸਾ ਉਤਪਤ ਕਰਕਾ, ਸਤਿਗੁਰੂ ਮਹਾਰਾਜ ਜੀ ਨੇ ਸਨ 1699 ਵਾਲੀ ਵਿਸਾਖੀ ਨੂੰ
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਤਿਗੁਰੂ ਮਹਾਰਾਜ ਜੀ ਨੇ ਆਪਨ ਪਾਉ ਸ੍ਰੀ ਖਾਲਸੇ ਸੌਂਪਾ, ਆਪਣਾ ਸਭ ਕੁਝ ਖਾਲਸੇ ਨੂੰ ਸੌਂਪਣਾ ਕੀਤਾ, ਖਾਲਸੇ ਪੰਥ ਦੀ ਸਿਰਜਣਾ ਕਰਨੀ ਕੀਤੀ ਹੈ, ਖਾਲਸੇ ਨੂੰ ਪ੍ਰਗਟ ਕਰਨਾ ਕੀਤਾ। ਤੁਰਕ ਤੇਜ ਕੀ ਜੜਾਂ ਉਖਰ ਕਾ, ਜੋ ਤੁਰਕਾਂ ਦਾ ਤੇਜ ਜਿਹੜਾ ਹੈ ਤੇ ਤੁਰਕਾਂ ਦੀਆਂ ਜੜਾਂ ਜਿਹੜੀਆਂ ਹਨ ਉਹਨੂੰ ਸਤਿਗੁਰੂ ਵੇਗਾ ਪਿਆਰੀ ਨੇ ਪੁੱਟ ਦੇਣਾ ਕੀਤਾ। ਜਦੋਂ ਉਹ ਸਾਖੀ ਆਪ ਨੂੰ ਪਤਾ ਹੋਵੇ, ਕਵੀ ਰਾਜ ਜੀ ਵੀ ਦੱਸਦੇ ਹਨ ਉਹ ਅਸਥਾਨ ਜਿਹੜਾ ਹੈ ਅਬਚਲ ਨਗਰ, ਕਿਉਂਕਿ ਪਿਆਰਿਓ ਪੁਰਾਤਨ ਜਿੰਨੇ ਵੀ ਗ੍ਰੰਥ ਹਨ ਉਹਦੇ ਵਿੱਚ ਹਜੂਰ ਸਾਹਿਬ ਕਰਕੇ ਜ਼ਿਕਰ ਨਹੀਂ ਆਇਆ। ਜੇ ਪਿਆਰਿਓ ਨੰਦੇੜ ਕਰਕੇ ਆਇਆ ਹੈ ਜਾਂ ਅਬਚਲ ਨਗਰ ਕਰਕੇ, ਕਿਉਂਕਿ ਹੁਕਮਨਾਮਾ ਪਹਿਲਾ ਜਿਹੜਾ ਆਇਆ ਸੀ ਨਾ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸਈ ਫਲ ਪਾਏ ਕਰਤੈ ਆਪ ਵਸਾਇਆ ਰਾਮ। ਇਹ ਹੁਕਮਨਾਮਾ ਆਇਆ ਤਾਂ ਕਰਕੇ ਇਹ ਨਗਰ ਦਾ ਨਾਮ ਪ੍ਰਚਲਿਤ ਹੋਇਆ ਅਬਚਲ ਨਗਰ। ਤੇ ਜੇ ਸਿੱਖ ਸਾਹਿਤ ਦੇ ਵਿੱਚ, ਗੁਰੂ ਇਤਿਹਾਸ ਦੇ ਵਿੱਚ ਜਦੋਂ ਵੀ ਪਿਆਰਿਓ ਸਾਡੀ ਧਰਤੀ ਦਾ ਨਾਮ ਆਉਂਦਾ, ਹੁਣ ਤਾਂ ਜ਼ਿਆਦਾ ਕਰਕੇ ਨੰਦੇੜ ਜਾਂ ਆਪਣੇ ਗੁਰੂ ਕੇ ਸਿੰਘ ਹਜੂਰ ਸਾਹਿਬ ਕਰਕੇ ਸੰਬੋਧਨ ਕਰਦੇ ਹਨ, ਇਹਦਾ ਹੀ ਜ਼ਿਆਦਾ ਪ੍ਰਚਾਰ ਹੈ। ਲੇਕਿਨ ਅਸਲ ਦੇ ਵਿੱਚ ਨਾਮ ਜਿਹੜਾ ਸ਼ਹਿਰ ਦਾ ਮਹਾਰਾਜ ਜੀ ਨੇ ਅਬਚਲ ਨਗਰ ਰੱਖਣਾ ਦਾ। ਭਇਓ ਦੇਹੁਰਾ ਜੋਤ ਮਹਾਨ, ਸਤਿਗੁਰੂ ਮਹਾਰਾਜ ਜੀ ਇੱਥੇ ਜੋਤੀ ਜੋਤ ਸਮਾ ਗਏ। ਇੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਪਿਆਰਿਓ ਫਿਰ ਦੇਹੁਰਾ ਜਿਹੜਾ ਹੈ ਪਾਵਨ ਅਸਥਾਨ ਜਿਹੜਾ ਉਹਦੀ ਰਚਨਾ ਕੀਤੀ ਗਈ ਸੀ। ਜੇ ਆਪਾਂ ਪਿਆਰਿਓ ਇਸ ਬਾਬਤ ਵੀ ਆਪਾਂ ਵਿਚਾਰ ਕਰਨਾ ਕਰੀਏ, ਇਹ ਗ੍ਰੰਥ ਜਦੋਂ ਲਿਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਤੋਂ ਕੁਝ ਸਾਲ ਪਹਿਲਾਂ ਦੀ ਇਹ ਗੱਲ ਚੱਲ ਰਹੀ ਹੈ। ਤੇ ਇਹ ਗੱਲ ਜੋ ਕਰ ਰਹੇ ਹਨ ਤੇ ਇਹ ਇਤਿਹਾਸ ਭਾਈ ਰਾਮ ਕੁੰਵਰ ਜੀ ਉਚਾਰਨ ਕਰ ਰਹੇ, ਉਹਨਾਂ ਨੇ ਵੀ ਬਚਨ ਕੀਤਾ ਕਿ ਇੱਥੇ ਦੇਹੁਰਾ ਸੀ। ਜ਼ਿਆਦਾ ਕਰਕੇ ਤਾਂ ਪਿਆਰਿਓ ਸਾਡੇ ਗ੍ਰੰਥਾਂ ਦੇ ਵਿੱਚ ਜਾਂ ਆਪਣੇ ਲੋਕਾਂ ਦੇ ਵਿੱਚ ਇਹੀ ਪ੍ਰਚਾਰ ਸੀ ਕਿ ਭਾਈ ਅਸਥਾਨ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਉਣਾ ਕੀਤਾ। ਨਹੀਂ ਪਿਆਰਿਓ, ਇਹ ਵੀ ਗੱਲ ਦੁਰਸਤ ਹੈ, ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ। ਹੁਣ ਜਿਸ ਅਸਥਾਨ ਤੇ ਆ ਮੰਦਰ ਸਾਹਿਬ ਆਪ ਜੀ ਦੇਖ ਰਹੇ ਹੋ, ਇਹ ਅਸਥਾਨ, ਇਹ ਮੰਦਰ ਸਾਹਿਬ, ਇਹਦੀ ਰਚਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਨੀ ਕੀਤੀ ਹੈ। ਲੇਕਿਨ ਕਈਆਂ ਨੂੰ ਇਹ ਵੀ ਭੁਲੇਖਾ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਸਥਾਨ ਬਣਾਇਆ, ਉਸ ਤੋਂ ਪਹਿਲੇ ਇਹ ਬਿਲਕੁਲ ਕੋਈ ਅਸਥਾਨ ਨਹੀਂ ਸੀ। ਨਹੀਂ ਪਿਆਰਿਓ, ਇਹੋ ਜੀ ਕੋਈ ਗੱਲ ਨਹੀਂ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੇ ਆਪਾਂ ਪੁਰਾਤਨ ਇਤਿਹਾਸ ਪੜ੍ਹਦੇ ਆ, ਕਈ ਇਤਿਹਾਸਕ ਗ੍ਰੰਥਾਂ ਦੇ ਵਿੱਚ ਭਾਈ ਕੌਰ ਸਿੰਘ ਜੀ, ਅਕਾਲੀ ਕੌਰ ਸਿੰਘ ਜੀ ਨੇ ਵੀ ਪਿਆਰਿਓ ਇਹਦਾ ਖਾਸ ਕਰਕੇ ਉਲੇਖ ਕਰਨਾ ਕੀਤਾ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾ ਗਏ ਤੇ ਸਤਿਗੁਰੂ ਮਹਾਰਾਜ ਜੀ ਸੰਨ 1708 ਦੇ ਵਿੱਚ ਜੋਤੀ ਜੋਤ ਸਮਾਏ। ਉਸ ਤੋਂ ਬਾਅਦ ਪਿਆਰਿਓ 1 ਸਾਲ ਤੋਂ ਬਾਅਦ 30 ਸਿੰਘਾਂ ਦਾ ਜਥਾ ਜਿਹੜਾ, ਜਿਹਦੇ ਵਿੱਚ ਭਾਈ ਮੇਲਾ ਸਿੰਘ ਜੀ ਆਦਿਕ ਜਿਹੜੇ ਮੁਖੀ ਸਿੰਘ ਸਨ, ਉਹ ਜਦੋਂ ਇੱਥੇ ਆਏ, ਉਹਨਾਂ ਨੇ ਆ ਕਰਕੇ ਵੇਖਿਆ ਤੇ ਪਿਆਰਿਓ ਫਿਰ ਅਸਥਾਨ ਜਿਹੜਾ, ਅਸਥਾਨ ਦੀ ਉਹਨਾਂ ਨੇ ਤਾਮੀਰ ਕਰਨੀ ਕੀਤੀ, ਅਸਥਾਨ ਨੂੰ ਬਣਾਉਣਾ ਕੀਤਾ। ਉਹਨਾਂ ਜ਼ਮਾਨਿਆਂ ਦੇ ਵਿੱਚ 1000 ਦਮੜਾ ਜਿਹੜਾ ਉਹਨਾਂ ਨੇ ਖਰਚ ਕਰਕੇ ਸਭ ਤੋਂ ਪਹਿਲੇ ਪਿਆਰਿਓ ਇਤਿਹਾਸਿਕ ਅਸਥਾਨ ਜਿਹੜਾ ਹੈ ਉਹ ਉਹਨਾਂ ਨੇ ਕਾਇਮ ਕਰਨਾ ਕੀਤਾ। ਫਿਰ ਉਹਨਾਂ ਤੋਂ ਬਾਅਦ ਸੰਗਤਾਂ ਨੂੰ, ਜਿਹੜੀਆਂ ਸੰਗਤਾਂ ਇੱਥੇ ਸਨ, ਕੁਝ ਸਿੰਘ ਇੱਥੋਂ ਵਾਪਸ ਪੰਜਾਬ ਨੂੰ ਚੱਲ ਗਏ। ਫਿਰ ਉਹਨਾਂ ਨੇ ਪੰਜਾਬ, ਕਿਉਂਕਿ ਇਹ ਇਲਾਕਾ ਜਿਹੜਾ ਸੀ ਪਿਆਰਿਓ ਦੂਜਿਆਂ ਦਾ ਸੀ, ਜ਼ਿਆਦਾ ਕਰਕੇ ਹਿੰਦੂ ਤੇ ਮੁਸਲਮਾਨ ਆਦਿਕ ਰਹਿੰਦੇ ਸਨ, ਉਹਨਾਂ ਨੇ ਥੋੜੀ ਕਾਰ ਭੇਟਾ ਦੇਣੀ ਹੈ, ਮਾਇਆ ਦੇਣੀ ਹੈ ਕਿ ਭਾਈ ਤੁਸੀਂ ਆਪਣਾ ਅਸਥਾਨ ਬਣਾਓ। ਇਹਦੇ ਵਾਸਤੇ ਤਾਂ ਸੇਵਾ ਜਿਹੜੀ ਹੈ ਪੰਜਾਬ ਤੋਂ ਹੀ ਆ ਸਕਦੀ। ਤਾਂ ਪਿਆਰਿਓ ਫਿਰ ਦੂਜੀ ਵਾਰੀ, ਉਹ ਤੋਂ ਫਿਰ 8-10 ਸਾਲ ਤੋਂ ਬਾਅਦ ਜਿਹੜੇ ਕੁਝ ਸਿੰਘ ਜਿਹੜੇ ਇੱਥੋਂ ਵਾਪਸ ਗਏ ਪੰਜਾਬ ਦੇ ਵਿੱਚ, ਉਹਨਾਂ ਨੇ ਜਾ ਕਰਕੇ ਫਿਰ ਪ੍ਰਚਾਰ ਕਰਨਾ ਕੀਤਾ। ਜਿਹੜੇ ਰਈਸ ਸਨ, ਤਗੜੇ ਜਿਹੜੇ ਮਾਇਆਧਾਰੀ ਗੁਰੂ ਕੇ ਸਿੰਘ ਸਨ, ਉਹਨਾਂ ਨੂੰ ਕਿਹਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਅੰਤਮ ਅਸਥਾਨ ਬਹੁਤ ਛੋਟਾ ਹੈ, ਉਹਨੂੰ ਵੱਡਾ ਕਰਨਾ। ਫਿਰ ਪਿਆਰਿਓ ਉਥੋਂ ਮਾਇਆ ਲੈ ਕਰਕੇ ਆਏ।
8-9 ਸਾਲ ਤੋਂ ਬਾਅਦ, ਭਾਵ ਕਿ ਤਕਰੀਬਨ ਪਿਆਰਿਓ ਇਹ ਸਨ ਜਿਹੜਾ ਹੈ 1718 ਵੱਜਦਾ, ਉਹਦੇ ਵਿੱਚ ਵੇਲੇ ਤੋਂ ਸਨ 1718 ਤੋਂ ਬਾਅਦ ਫਿਰ ਇੱਥੇ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ, ਕੀਰਤਨ ਹੋਣਾ, ਇਹਦੀ ਆਰੰਭਤਾ ਹੋ ਗਈ ਸੀ। ਮਰਿਆਦਾ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ। ਉਸ ਤੋਂ ਬਾਅਦ ਵੀ ਪਿਆਰਿਓ ਫਿਰ ਸਮੇਂ ਦੇ ਉੱਤੇ ਤੇ ਸਿੰਘ ਜਦੋਂ ਵੀ ਆਉਂਦੇ ਸਨ, ਜਿਨ੍ਹਾਂ ਤੋਂ ਪਿਆਰਿਓ ਜਿੰਨਾ ਵੀ ਸਰਦਾ ਬਣਦਾ ਨਾ, ਉਹਨਾਂ ਨੇ ਇਹ ਪਾਵਨ ਅਸਥਾਨ ਦੀ ਸੇਵਾ ਕਰਨੀ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਪਿਆਰਿਓ ਅਸਥਾਨ ਬਣਾਇਆ ਸੀ ਤੇ ਸਨ 1835 ਦੇ 32 ਦੇ ਵਿੱਚ ਪਿਆਰਿਓ ਉਹਨਾਂ ਨੇ ਸੇਵਾ ਨੂੰ ਆਰੰਭ ਕਰਨਾ ਕੀਤਾ ਤੇ ਸਨ 1837 ਦੇ ਵਿੱਚ ਉਹ ਜਦੋਂ ਭਾਣਾ ਵਰਤਾ ਗਏ ਤੇ ਸੇਵਾ ਪਿਆਰਿਓ ਅਧੂਰੀ ਰਹਿ ਗਈ ਸੀ। ਉਹ ਤੋਂ ਬਾਅਦ ਫਿਰ ਜਿਹੜੇ ਸਿੰਘ ਜਿਹੜੇ ਇੱਥੇ ਸਨ, ਜਿਹੜੇ ਰਾਜ ਮਿਸਤਰੀ ਕਾਰਾਗਿਰ ਆਦਿਕ ਆਏ, ਉਹ ਵਾਪਸ ਪੰਜਾਬ ਨੂੰ ਚੱਲ ਗਏ। ਫਿਰ ਪੰਜਾਬ ਦੇ ਵਿੱਚ ਹਾਲਾਤ ਬੜੇ ਖਰਾਬ ਹੋ ਗਏ। ਰਾਜ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਫੁੱਟ ਹੋ ਗਈ ਹੈ, ਆਪਸ ਦੇ ਵਿੱਚ ਹੀ ਝਗੜਾ ਪੈ ਗਿਆ। ਇਸ ਪਾਸੇ ਗੁਰੂ ਘਰ ਦੇ ਅਸਥਾਨਾਂ ਦੀ ਰਾਖੀ, ਗੁਰੂ ਘਰ ਦੇ ਇਮਾਰਤਾਂ ਨੂੰ ਬਣਾਉਣਾ, ਇਸ ਪਾਸੇ ਕਿਹਦਾ ਧਿਆਨ ਨਹੀਂ ਗਿਆ। ਉਹ ਆਪਸ ਦੇ ਵਿੱਚ ਹੀ ਉਲਝ ਕਰਕੇ ਰਹਿ ਗਏ। ਫਿਰ ਉਸ ਤੋਂ ਬਾਅਦ ਪਿਆਰਿਓ ਕਈ ਜਿਹੜੇ ਰਿਆਸਤਦਾਨ ਜਿਹੜੇ ਸਨ, ਉਹਨਾਂ ਨੇ ਫਿਰ ਇਸ ਧਰਤੀ ਤੇ ਆ ਕਰਕੇ, ਜਿਸ ਤਰ੍ਹਾਂ ਨਾਭਾਪਤੀ ਹੋਏ, ਜੀਂਦਪਤੀ ਹੋਏ, ਫਰੀਦਕੋਟੀਏ ਹੋਏ ਹਨ, ਔਰ ਵੀ ਜਿਹੜੇ ਵੱਡੇ ਜੋ ਰਾਜੇ ਮਹਾਰਾਜੇ ਅੰਮ੍ਰਿਤਸਰੀਏ ਆਦਿਕ ਜਿਹੜੇ ਰਾਜੇ ਮਹਾਰਾਜੇ ਹੋਏ, ਉਹਨਾਂ ਨੇ ਫਿਰ ਪਿਆਰਿਓ ਮਾਇਆ ਭੇਜਣੀ ਕੀਤੀ ਤੇ ਮਾਇਆ ਭੇਜ ਕਰਕੇ ਅੱਜ ਵੀ ਕਈ ਉਹਨਾਂ ਦੇ, ਜਿਸ ਤਰ੍ਹਾਂ ਸੋਨੇ ਦੇ ਪੱਤਰੇ, ਜਿਹੜੇ ਰਿਆਸਤ ਬੂੜੀਆਂ ਦਾ ਵੀ ਪੱਤਰ ਪਿਆਰਿਓ ਦਾਸ ਨੇ ਵੇਖਿਆ ਤੇ ਫਿਰ ਉਹਨਾਂ ਨੇ ਸੋਨੇ ਦੀ ਸੇਵਾ ਹੋਈ ਹੈ ਤੇ ਆਪਣੀ ਯਥਾ ਸ਼ਕਤ ਉਹਨਾਂ ਨੇ ਸੇਵਾ ਕਰਨੀ ਕੀਤੀ ਤੇ ਫਿਰ ਸੰਗਤਾਂ ਦੇ ਵਾਸਤੇ ਉਹਨਾਂ ਨੇ ਇੱਥੇ ਬੁੰਗੇ ਜਿਹੜੇ ਹਨ ਬਣਾਏ ਸਨ। ਜੇ ਪਿਆਰਿਓ ਆਪਾਂ ਪੁਰਾਤਨ ਦਸਤਾਵੇਜ਼ ਉਹਦੀ ਪੜਚੋਲਣਾ ਕਰਦੇ ਤੇ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਜ਼ਮਾਨਿਆਂ ਦੇ ਵਿੱਚ, ਅੱਜ ਤੋਂ ਪਿਆਰਿਓ ਤਕਰੀਬਨ 70-80 ਸਾਲ ਪਹਿਲੇ ਜਦੋਂ ਇੱਕ ਨਿਸ਼ਕਰਸ਼ ਕਰਨਾ ਕੀਤਾ, ਇਹਦੀ ਗਿਣਤੀ ਕੀਤੀ ਸੀ ਤੇ ਤਖਤ ਸਾਹਿਬ ਜੀ ਦੇ ਪਿਆਰਿਓ ਆਸ-ਪਾਸ ਇਰਦ ਗਿਰਦ 23 ਦੇ ਕਰੀਬ ਬੁੰਗੇ ਸਨ। 23 ਤੇ ਇਹਨਾਂ ਬੁੰਗਿਆਂ ਦੇ ਵਿੱਚ ਕੀ ਹੁੰਦਾ ਸੀ, ਜਿਸ ਤਰ੍ਹਾਂ ਕੋਈ ਰਾਜਾ ਆ ਗਿਆ, ਮਹਾਰਾਜਾ, ਉਹ ਕੀ ਕਰਦੇ, ਗੁਰੂ ਘਰ ਦੀ ਸੇਵਾ ਤੇ ਆਪਣੇ ਬੁੰਗੇ ਬਣਾਉਂਦੇ ਸਨ। ਤੇ ਬੁੰਗੇ ਦਾ ਮਤਲਬ ਹੁੰਦਾ ਕਿ ਸੰਗਤ ਦਾ ਪ੍ਰਬੰਧ, ਅਸਲ ਦੇ ਵਿੱਚ ਰਿਹਾਇਸ਼ ਦਾ। ਜਿਸ ਤਰ੍ਹਾਂ ਕਿ ਅੰਮ੍ਰਿਤਸਰੀਆਂ ਦਾ ਬੁੰਗਾ ਸੀ ਤੇ ਜਦੋਂ ਵੀ ਅੰਮ੍ਰਿਤਸਰ ਸਾਹਿਬ ਤੋਂ ਸੰਗਤਾਂ ਆਉਂਦੀਆਂ ਤੇ ਉਹਨਾਂ ਦਾ ਪ੍ਰਬੰਧ ਜਿਹੜਾ ਅੰਮ੍ਰਿਤਸਰੀਏ ਬੁੰਗੇ ਦੇ ਵਿੱਚ ਹੁੰਦਾ ਸੀ। ਫਰੀਦਕੋਟੀਆ ਬੁੰਗਾ ਹੁੰਦਾ ਸੀ ਤੇ ਫਰੀਦਕੋਟ ਤੋਂ ਜਿਹੜੀ ਵੀ ਸੰਗਤ ਚੱਲ ਕੇ ਆਉਂਦੀ, ਉਹਨਾਂ ਦਾ ਰਿਹਾਇਸ਼ ਦਾ, ਉਹਨਾਂ ਦੇ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਫਰੀਦਕੋਟ ਬੁੰਗਾ ਜਿਹੜਾ ਉਹ ਕਰਿਆ ਕਰਦਾ। ਇਸ ਤਰ੍ਹਾਂ ਪਿਆਰਿਓ ਅੱਜ ਵੀ ਕਈ ਜਿਹੜੇ ਆਪਣੇ ਨਾਮ ਦੇ ਨਾਲ ਬੁੰਗਈ ਸ਼ਬਦ ਲਾਉਂਦੇ ਹਨ। ਛੋਟਾ ਜਿਹਾ ਉਹਨਾਂ ਨੇ ਬੁੰਗਈ ਸ਼ਬਦ ਤਾਂ ਲਾ ਲਿਆ, ਲੇਕਿਨ ਉਹਨਾਂ ਦੇ ਨਾਲ ਨਾਲ ਪਿਆਰਿਓ ਉਹਨਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਕਿਹੜੇ ਪਿਆਰਿਓ ਬੁੰਗਾ ਦੇ ਬੁੰਗਈ ਸਨ, ਕਿਹੜੇ ਬੁੰਗੇ ਦੀ ਇਹ ਸੇਵਾ ਕਰਿਆ ਕਰਦੇ ਸਨ। ਫਿਰ ਉਹ ਦੱਸਦੇ ਕਿ ਫਰੀਦਕੋਟ ਬੁੰਗਾ ਜਿਹੜਾ ਉਹ ਸਾਡਾ ਸੀ, ਨਾਭੇ ਵਾਲਿਆਂ ਦਾ ਬੁੰਗਾ ਸਾਡਾ ਸੀ, ਨਿਰਮਲਿਆਂ ਦਾ ਬੁੰਗਾ ਭਾਈ ਉਹ ਸਾਡਾ ਸੀ, ਰਾਮਗੜੀਆ ਦਾ ਬੁੰਗਾ ਜਿਹੜਾ ਹੈ ਉਹ ਸਾਡਾ ਰਾਮਗੜੀਆ ਬੁੰਗਈ। ਇਸ ਤਰ੍ਹਾਂ ਇਹ ਤਰ੍ਹਾਂ ਦੇ ਜਿਹੜੇ ਫਿਰ ਬੁੰਗਈ ਪਰਿਵਾਰ ਜਿਹੜੇ ਹਨ, ਭਾਵ ਕਿ ਇਹ ਨਿੱਕੇ ਛੋਟੇ ਬੁੰਗੇ ਹੋਇਆ ਕਰਦੇ। 22 ਤੋਂ ਕਰੀਬ 22-23 ਦੇ ਕਰੀਬ ਇੱਥੇ ਬੁੰਗੇ ਸਨ, ਜਿਹਦੇ ਵਿੱਚ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਰਿਹਾਇਸ਼ ਦਾ। ਇਸ ਤਰ੍ਹਾਂ ਫਿਰ ਪਿਆਰਿਓ ਸੇਵਾ ਜਿਹੜੀ ਹੈ ਵੱਧਦੀ ਗਈ। ਫਿਰ ਜ਼ਿਆਦਾ ਕਰਕੇ ਆਪਾਂ ਵੇਖਦੇ ਹਾਂ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜੀਵਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ ਜਦੋਂ ਆਏ, ਕਿਉਂਕਿ ਕਈ ਵਾਰੀ ਪਿਆਰਿਓ ਸਾਡੇ ਸਿੰਘ ਜਿਹੜੇ ਹਨ, ਜਿਹੜੇ ਰੋਜ਼ ਕਥਾ ਨੂੰ ਸਰਵਣ ਕਰਿਆ ਕਰਦੇ, ਉਹਨਾਂ ਨੇ ਵੀ ਕਈ ਵਾਰੀ ਇਹ ਬੇਨਤੀ ਕੀਤੀ ਕਿਹਾ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰਸੰਗ ਆਵੇ, ਸਾਨੂੰ ਪਤਾ ਨਹੀਂ ਲੱਗਣਾ ਤੇ ਜਿੰਨਾ ਆਪ ਜੀ ਨੂੰ ਪਤਾ ਹੋਵੇ, ਜਦੋਂ ਇਹੋ ਜਿਹੀ ਹੋਣਾ ਚਾਹੀਦਾ ਕਿ ਸਾਡਾ ਕੀ ਇਤਿਹਾਸ ਹੈ। ਇਸ ਤਰ੍ਹਾਂ ਫਿਰ ਜਦੋਂ ਖਾਸ ਕਰਕੇ ਕਾਰ ਸੇਵਾ ਵਾਲੇ ਮਹਾਂਪੁਰਖ ਜਦੋਂ ਆਏ, ਜਿੰਨੇ ਵੀ ਪਿਆਰਿਓ ਇਹ ਛੋਟੇ ਅਸਥਾਨ ਹਨ,
ਜਿਹਨੂੰ ਆਪਾਂ ਲੋਕਲ ਗੁਰਦੁਆਰਾ ਸਾਹਿਬ ਬੋਲਦੇ ਹਾਂ, ਸ਼ਿਕਾਰ ਘਾਟ, ਹੀਰਾ ਘਾਟ, ਮਾਤਾ ਸਾਹਿਬ, ਨਗੀਨਾ ਘਾਟ, ਬੰਦਾ ਘਾਟ ਆਦਿਕ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਨਿੱਕੇ ਨਿੱਕੇ ਜੇ ਕਮਰੇ ਸਨ, ਛੋਟੇ ਛੋਟੇ ਅਸਥਾਨ ਸਨ। ਫਿਰ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਉਹ ਵੱਡੇ ਅਸਥਾਨ ਬਣਾਏ। ਅੱਜ ਤਾਂ ਜਿਹੜੀ ਸੜਕ ਆਪਾਂ ਵੇਖਦੇ ਹਾਂ, ਸਾਰੇ ਇਤਿਹਾਸਕ ਅਸਥਾਨਾਂ ਦੇ ਵਾਸਤੇ ਸਰਕਾਰ ਨੇ 2008 ਤੋਂ ਪਹਿਲਾਂ ਸੜਕ ਬਣਾਉਣੀ ਕੀਤੀ। ਉਸ ਤੋਂ ਪਹਿਲਾਂ ਵੀ ਪਿਆਰਿਓ ਮਹਾਂਪੁਰਖਾਂ ਦੇ ਵੇਲੇ ਵੀ ਤੇ ਸ਼ਿਕਾਰ ਘਾਟ, ਹੀਰਾ ਘਾਟ, ਮਾਤਾ ਸਾਹਿਬ ਵਾਸਤੇ ਕੋਈ ਸੜਕ ਨਹੀਂ ਹੁੰਦੀ ਸੀ। ਫਿਰ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਸੜਕ ਵੀ ਬਣਾਉਣੀ ਕੀਤੀ ਤੇ ਪੁਲ ਵੀ ਬਣਾਉਣਾ ਕੀਤਾ। ਤੇ ਤਖਤ ਸਾਹਿਬ ਦੇ ਵਿੱਚ ਪਿਆਰਿਓ ਉਤਲਾ ਜਿਹੜਾ ਅਸਥਾਨ ਜਿਹੜਾ ਹੈ, ਉਤਲੀ ਮੰਜ਼ਿਲ ਬਾਲਾਖਾਨਾ, ਇਹਦੇ ਵਿੱਚ ਸੰਗਮਰਮਰ ਲਵਾਇਆ ਗਿਆ। ਤੇ ਫਿਰ ਬਾਹਰ ਜਿਹੜਾ ਸੰਗਮਰਮਰ ਜੋ ਦਰਬਾਰ ਸਾਹਿਬ ਨੂੰ ਲੱਗਿਆ, ਇਹ ਵੀ ਸੇਵਾ ਜਿਹੜੀ ਹੈ ਕਾਰ ਸੇਵਾ ਵਾਲਿਆਂ ਨੇ ਕਰਨੀ ਕੀਤੀ। ਤੇ ਪਰਿਕਰਮਾ ਵੀ ਜਿਹੜੀ ਹੈ ਬਹੁਤ ਛੋਟੀ ਹੁੰਦੀ ਸੀ, ਭਾਵ ਕਿ ਦਰਬਾਰ ਸਾਹਿਬ ਤੋਂ ਬਾਰ-ਬਾਰ ਚੌ ਚਫੇਰੀ ਸਿਰਫ ਪਿਆਰਿਓ 12 ਫੁੱਟ ਦੀ ਜਿਹੜੀ ਹੈ ਪਰਿਕਰਮਾ ਸੀ। ਫਿਰ ਮਹਾਂਪੁਰਖਾਂ ਨੇ ਉਹ ਪਰਿਕਰਮਾ ਨੂੰ ਵਧਾਉਣਾ ਕੀਤਾ, ਲੰਗਰ ਦੀ ਸੇਵਾ ਹੋਈ। ਇਸ ਤਰ੍ਹਾਂ ਪਿਆਰਿਓ ਬੇਅੰਤ ਸੇਵਾਵਾਂ ਹੋਈਆਂ। ਤੇ ਅੱਜ ਵੀ ਜਿਹੜੀ ਹੈ ਇਹ ਸੇਵਾ ਜਿਹੜੀ ਹੈ ਚੱਲ ਰਹੀ ਹੈ ਵੱਖ-ਵੱਖ ਮਹਾਂਪੁਰਖਾਂ ਤੋਂ। ਤੇ ਜਿਸ ਤਰ੍ਹਾਂ ਕਿ ਮੀਨਾਕਾਰੀ ਦੀ ਵੀ ਜੋ ਸੇਵਾ ਹੋਈ ਹੈ ਸਨ 2000 ਦੇ ਵਿੱਚ, ਤੇ ਯੂਕੇ ਦੀਆਂ ਸੰਗਤਾਂ ਨਿਸ਼ਕਾਮ ਸੇਵਕ ਜੱਥਾ, ਉਹਨਾਂ ਨੇ ਪਿਆਰਿਓ ਪੂਰਾ ਅੰਦਰ ਦਾ ਜਿਹੜਾ ਅਸਥਾਨ ਜਿਹੜਾ ਹੈ ਮੀਨਾਕਾਰੀ ਤਾਂ ਸੀ, ਲੇਕਿਨ ਉਹਦੇ ਉੱਤੇ ਸੋਨਾ ਨਹੀਂ ਸੀ, ਇੱਕੋ ਪਾਸੇ ਬਹੁਤ ਥੋੜਾ ਲੱਗਿਆ ਹੋਇਆ। ਤੇ ਉਹਨਾਂ ਨੇ ਪਿਆਰਿਓ ਬਹੁਤ ਕਈ ਕਿਲੋਆਂ ਦੇ ਹਿਸਾਬ ਦੇ ਨਾਲ, ਹੋ ਸਕਦਾ 50, 60, 100, 150 ਕਿਲੋ ਵੀ ਲੱਗ ਸਕਦਾ, ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਹਾਂ, ਹੋ ਸਕਦਾ ਉਹ ਦਸਤਾਵੇਜ਼ ਹੋਣਗੇ। ਤੇ ਉਹਨਾਂ ਨੇ ਪਿਆਰਿਓ ਫਿਰ ਸੋਨੇ ਦੀਆਂ ਇਹ ਪਰਤਾਂ ਜਿਹੜੀਆਂ ਹਨ, ਜਿਹਨੂੰ ਮੀਨਾਕਾਰੀ ਬੋਲਦੇ ਆ, ਅੱਜ ਆਪ ਜੀ ਤਖਤ ਸਾਹਿਬ ਜੀ ਦੇ ਅੰਦਰ ਆਓ, ਜਦੋਂ ਆਪਾਂ ਅੰਦਰ ਦੀ ਪਰਿਕਰਮਾ ਕਰਦੇ ਆ ਤੇ ਮੀਨਾਕਾਰੀ ਕੀਤੀ ਗਈ ਹੈ, ਉਹਦੇ ਉੱਤੇ ਸੋਨੇ ਦੇ ਵਰਕ ਜਿਹੜੇ ਹਨ ਚੜਾ ਕਰਕੇ ਸੋਨੇ ਦੀ ਸੇਵਾ ਜਿਹੜੀ ਹੈ ਉਹ ਯੂਕੇ ਵਾਲੀ ਸੰਗਤ ਨਿਸ਼ਕਾਮ ਸੇਵਕ ਜਥੇ ਨੇ ਕਰਨੀ ਕੀਤੀ। ਸ਼੍ਰੀ ਹਰਿ ਰਾਏ ਪਾਏ ਗੁਰਿਆਈ। ਤੇ ਹੁਣ ਕਵੀ ਰਾਜ ਜੀ ਦੱਸਦੇ ਹਨ, ਜਦੋਂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਤਬਹੁ ਨਰੰਗੇ ਦਿੱਲੀ ਪਾਈ। ਬਸ ਉਹਨਾਂ ਦੇ ਨਾਲ ਨਾਲ ਔਰੰਗਜ਼ੇਬ ਬਾਦਸ਼ਾਹ ਜਿਹੜਾ ਹੈ ਉਹ ਦਿੱਲੀ ਦੇ ਤਖਤ ਦੇ ਉੱਤੇ ਕਾਬਜ ਹੋ ਗਿਆ। ਪਾਤਸ਼ਾਹਤ ਕੋ ਮਾਲਕ ਭਇਓ। ਉਹ ਪਾਤਸ਼ਾਹਤ ਦਾ, ਦਿੱਲੀ ਦਾ ਪਾਤਸ਼ਾਹਤ ਦਾ ਔਰੰਗਾ ਜਿਹੜਾ ਮਾਲਕ ਬਣ ਗਿਆ ਹੈ। ਰਾਜ ਤੇਜ ਜਿਨ ਬੜ ਬਿਰਧਿਓ। ਜਿਹਨੇ ਪਿਆਰਿਓ ਆਪਣਾ ਮੁਗਲਾਂ ਦਾ ਰਾਜ ਬਹੁਤ ਜ਼ਿਆਦਾ ਵਧਾਉਣਾ ਕੀਤਾ। ਮੁਗਲਾਂ ਦਾ ਵੀ ਰਾਜ ਪਿਆਰਿਓ ਸ਼ੁਰੂਆਤ ਦੇ ਵਿੱਚ ਇੰਨਾ ਨਹੀਂ ਸੀ, ਲੇਕਿਨ ਪੈਮਾਨੇ ਸਿਖਰ ਦੇ ਉੱਤੇ ਔਰੰਗਾ ਲੈ ਕੇ ਗਿਆ। ਸਭ ਤੋਂ ਵੱਡਾ ਆਪਣਾ ਰਾਜ ਇਹਨੇ ਕਾਇਮ ਕਰਨਾ ਕੀਤਾ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਹਿੰਦੁਸਤਾਨ, ਇਹ ਧਰਤੀ ਜਿਹੜੀ ਹੈ ਸਭ ਤੋਂ ਵੱਡਾ ਦੇਸ਼ ਹੋਇਆ ਕਰਦਾ ਸੀ ਪੂਰੀ ਦੁਨੀਆ ਦੇ ਵਿੱਚ। ਅਫਗਾਨਿਸਤਾਨ ਤੋਂ ਉੱਥੋਂ ਤੱਕ ਪਿਆਰਿਓ ਹਿੰਦੁਸਤਾਨ ਦਾ ਰਾਜ ਸੀ, ਅਫਗਾਨਿਸਤਾਨ ਤੱਕ। ਔਰੰਗਜ਼ੇਬ ਦੇ ਕੋਲ ਉਸ ਵੇਲੇ, ਪਹਿਲੇ ਵੀ ਵੇਖਿਓ ਪਿਛਲੇ ਪ੍ਰਸੰਗਾਂ ਦੇ ਵਿੱਚ ਇਹਦਾ ਜ਼ਿਕਰ ਆਇਆ, 22 ਲੱਖ ਦੀ ਇਹਦੇ ਕੋਲ ਤਾਂ ਸੈਨੀ ਫੌਜ ਸੀ, ਤੇ ਨਾਲ ਪੁਲਿਸ ਵਾਲੇ ਅਧਿਕਾਰੀ ਉਹ ਵੱਖਰੇ ਸਨ। ਤੇ 1 ਲੱਖ ਦੇ ਕਰੀਬ ਤੋਪਾਂ, ਜੰਜੈਲਾਂ, ਵੱਡੀਆਂ ਤੋਪਾਂ, ਛੋਟੀਆਂ ਤੋਪਾਂ, ਇਸ ਤਰ੍ਹਾਂ ਇਹਨੇ ਆਪਣਾ ਰਾਜ ਸਾਜ ਬਹੁਤ ਵਧਾਉਣਾ ਕੀਤਾ। ਬਹੁਤਨ ਕਰ ਅਪਰਾਧੂ। ਬਹੁਤ ਜ਼ਿਆਦਾ ਇਹਨੇ ਅਪਰਾਧ ਕਰਨਾ ਕੀਤਾ, ਕਿਉਂਕਿ ਪਿਆਰਿਓ ਰਾਜ ਜਿਹੜੇ ਵੀ ਕਰਦੇ ਹਨ ਉਹ ਫਿਰ ਅਪਰਾਧ ਕਰ ਕਰਕੇ ਹੀ ਤਾਂ ਉਹ ਵੱਡੇ ਰਾਜੇ ਬਣਦੇ ਹਨ। ਤੇ ਇਹਨੇ ਕੀ ਕਰਨਾ ਕੀਤਾ, ਰਾਜ ਗੱਦੀ ਦੀ ਪ੍ਰਾਪਤੀ ਕਰਨ ਵਾਸਤੇ ਸਭ ਤੋਂ ਪਹਿਲੇ ਆਪਣੇ ਪਿਓ ਦਾ ਇਹਨੇ ਕਤਲ ਕਰਨਾ ਕਿ ਇਹਨੇ ਮਰਵਾ ਦਿੱਤਾ। ਆਪਣੇ 3 ਭਰਾਵਾਂ ਦਾ ਇਹਨੇ ਕਤਲ ਕਰਨਾ ਕੀਤਾ। ਭੈਣਾਂ ਨੂੰ ਵੀ ਪਿਆਰਿਓ ਕੁਵਾਰੀਆਂ ਇਹਨੇ ਬਿਠਾ ਕਰਕੇ ਰੱਖਿਆ, ਜਿਨ੍ਹਾਂ ਦਾ ਵਿਆਹ ਹੋਇਆ ਸੀ। ਆਪਣੇ ਜੀਜਿਆਂ ਨੂੰ, ਭਣਵਈਆਂ ਨੂੰ ਵੀ ਪਿਆਰਿਓ ਇਹਨੇ ਮਰਵਾ ਦਿੱਤਾ, ਖਤਮ ਕਰ ਦਿੱਤਾ।
ਬਹੁਤ ਜ਼ਿਆਦਾ ਇਹਨੇ ਅਪਰਾਧ ਕਰਨਾ ਕੀਤਾ। ਸਰਮਦ ਵਰਗੇ, ਬੇਨਵਾ ਫਕੀਰ ਵਰਗੇ, ਸ੍ਰੀ ਗੁਰੂ ਤੇਗ ਬਹਾਦਰ ਜੀ ਵਰਗੇ ਸੰਤ ਮਹਾਂਪੁਰਖ ਸਤਿਗੁਰੂ ਮਹਾਰਾਜ ਜੀ ਨੂੰ ਵੀ ਇਹਨੇ ਮਾਰ ਕੇ ਕਤਲ ਕੀਤਾ ਸੀ। ਮਹਾ ਕੁਕਰਮ ਕਸ਼ਟ ਦੈ ਸਾਧੂ। ਤੇ ਇਹਨੇ ਬਹੁਤ ਵੱਡਾ ਕੁਕਰਮ ਕਰਨਾ ਕੀਤਾ। ਸਾਧੂ ਸੰਤਾਂ ਨੂੰ ਬਹੁਤ ਜ਼ਿਆਦਾ ਇਹਨੇ ਕਸ਼ਟ ਦਿੱਤਾ ਹੈ। ਬੇਨਵਾ ਫਕੀਰ ਹੋਏ ਹਨ। ਸੂਫੀ ਸੰਤ ਜਿਹੜੇ ਪਿਆਰਿਓ, ਉਹਨਾਂ ਨੂੰ ਫੜ ਕਰਕੇ ਅੱਗ ਦੇ ਵਿੱਚ ਪਾ ਕਰਕੇ ਸਾੜ ਕੇ ਇਹਨੇ ਮਾਰਨਾ ਕੀਤਾ। ਗੁਰ ਘਰ ਸੋ ਬਹੁ ਦਰੋਹ ਕਮਾਵਾ। ਗੁਰੂ ਘਰ ਦੇ ਨਾਲ ਵੀ ਔਰੰਗੇ ਨੇ ਪਿਆਰਿਓ ਬਹੁਤ ਜ਼ਿਆਦਾ ਧਰੋਹ ਕਮਾਉਣਾ ਕੀਤਾ। ਕਰਿਓ ਅਕਰਮ ਦੁਸ਼ਟ ਦੁਖ ਪਾਵਾ। ਇਹਨੇ ਬਹੁਤ ਅਕਰਮ ਕੁਕਰਮ ਕਰਨਾ ਕੀਤਾ, ਜਿਸ ਕਰਕੇ ਇਹਨੂੰ ਬਾਅਦ ਵਿੱਚ ਬੜਾ ਦੁੱਖ ਪ੍ਰਾਪਤ ਹੋਇਆ ਹੈ। ਸੁਨ ਸਭ ਸਿੰਘ ਪ੍ਰਸੰਨ ਮਹਾਨਾ। ਇਹ ਬਚਨ ਜਿਹੜਾ ਸੁਣ ਕਰਕੇ ਭਾਈ ਰਾਮ ਕੁਵਰ ਜੀ ਤੋਂ ਤੇ ਫਿਰ ਬਾਅਦ ਦੇ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਤੋਂ ਸੁਣ ਕਰਕੇ ਜਿਹੜੇ ਸੁਣਨ ਵਾਲੇ ਜਿਹੜੇ ਸਰੋਤੇ ਸਿੰਘ ਸਨ, ਉਹ ਬੜੇ ਪ੍ਰਸੰਨ ਹੋਏ। ਹਾਥ ਜੋੜ ਕੇ ਬਾਕ ਬਖਾਨਾ। ਉਹਨਾਂ ਨੇ ਹੱਥ ਜੋੜ ਕਰਕੇ ਬਚਨ ਉਚਾਰਨ ਕੀਤਾ। ਨੌ ਗੁਰ ਕੀ ਸਭ ਕਥਾ ਬਖਾਨੋ। ਤੇ ਕਹਿੰਦੇ ਕਿ ਸਤਿਗੁਰੂ ਮਹਾਰਾਜ, 9 ਸਤਿਗੁਰੂ ਮਹਾਰਾਜ ਜੀ ਦੀ ਹੁਣ ਆਪ ਜੀ ਪੂਰੀ ਕਥਾ ਉਚਾਰਨ ਕਰਨਾ ਕਰੋ। ਤੁਮ ਸਰਬੱਗ ਸਰਬ ਹੀ ਜਾਨੋ। ਤੇ ਤੁਸੀਂ ਸਰਬਾਗਿ ਹੋ, ਆਪ ਜੀ ਨੂੰ ਹਰ ਚੀਜ਼ ਦਾ ਪਤਾ ਹੈ। ਇਹ ਸਭ ਪ੍ਰਥਮੇ ਕਥਾ ਸੁਨਈਆ। ਸਭ ਤੋਂ ਪਹਿਲੇ ਇਹ ਜੋ ਕਥਾ ਹੈ, ਆਪ ਜੀ ਸਾਨੂੰ ਸਰਵਣ ਕਰਾਉਣਾ ਕਰੋ। ਗੁਰ ਚਰਿਤ੍ਰ ਕੀਨੋ ਸਮਝਈਆ। ਸਤਿਗੁਰੂ ਮਹਾਰਾਜ ਜੀ ਨੇ ਜੋ ਚਰਿਤ੍ਰ ਕਰਨਾ ਕੀਤਾ, ਉਹ ਸਾਨੂੰ ਚੰਗੀ ਤਰ੍ਹਾਂ ਸਮਝਾਓ ਜੀ। ਜਿਉਂ ਜਿਉਂ ਭਏ ਕਹੋ ਸਭ ਕਥਾ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕੌਤਕ ਵਰਤਾਉਣਾ ਕੀਤਾ, ਚੋਜ ਕਰਨੀ ਕੀਤੀ, ਉਹ ਸਾਰੀ ਕਥਾ ਆਪ ਜੀ ਸਾਨੂੰ ਸਰਵਣ ਕਰਾਓ। ਗੁਰੂ ਪ੍ਰਸੰਗ ਸੁਨਾਵੋ ਜਥਾ। ਜਿਸ ਤਰ੍ਹਾਂ ਮਹਾਰਾਜ ਜੀ ਦਾ ਪ੍ਰਸੰਗ ਹੋਇਆ, ਜਥਾ ਸ਼ਕਤ ਉਹ ਇਤਿਹਾਸ ਜਿਹੜਾ ਆਪ ਜੀ ਸਾਨੂੰ ਸਰਵਣ ਕਰਾਉਣਾ ਕਰੋ। ਸੁਣੀ ਖਾਲਸੇ ਕੀ ਇਮ ਬਾਣੀ। ਇਸ ਤਰ੍ਹਾਂ ਖਾਲਸੇ ਨੇ ਜਦੋਂ ਬਚਨ ਕਰਨਾ ਕੀਤਾ, ਬੇਨਤੀ ਕੀਤੀ ਹੈ। ਸ੍ਰੀ ਗੁਰਬਖਸ਼ ਸਿੰਘ ਮਨਮਾਨੀ। ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਪਿਛਲਾ ਨਾਮ ਬਾਬਾ ਰਾਮ ਕੁਵਰ ਜੀ ਹੈ, ਉਹਨਾਂ ਨੇ ਇਹ ਬਚਨ ਨੂੰ ਮਨ ਵਿੱਚ ਮੰਨਣਾ ਕੀਤਾ। ਕਥਾ ਸੁਨਾਵਨ ਲਾਗਿਓ ਸੋਈ। ਫਿਰ ਉਹਨਾਂ ਨੇ ਸੁਣ ਕਰਕੇ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਹਨਾਂ ਨੇ ਦੂਜੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਕਥਾ ਜਿਹੜੀ ਹੈ ਸਰਵਣ ਕਰਾਉਣੀ ਸ਼ੁਰੂ ਕੀਤੀ। 9 ਸਤਿਗੁਰ ਕੀ ਜਿਮ ਜਿਮ ਹੋਈ। ਜਿਸ ਤਰ੍ਹਾਂ 9 ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਵਾਪਰੀ ਹੈ, ਉਹ ਕਥਾ ਦਾ ਉਚਾਰਨ ਭਾਈ ਰਾਮ ਕੁਵਰ ਜੀ ਨੇ ਭਾਵ ਕੇ ਬਾਬਾ ਗੁਰਬਖਸ਼ ਸਿੰਘ ਜੀ ਨੇ ਕਰਨਾ ਕੀਤਾ। ਦੋਹਰਾ ਸੁਨਤ ਭਇਓ ਤਬ ਖਾਲਸਾ, ਸ੍ਰੀ ਗੁਰ ਜਸ ਕੋ ਸ਼ਰਾਨ। ਉਸ ਵੇਲੇ ਗੁਰੂ ਕਾ ਖਾਲਸਾ ਜਿਹੜਾ ਹੈ, ਸਤਿਗੁਰੂ ਮਹਾਰਾਜ ਜੀ ਦਾ ਜੋ ਸੁਜਸ ਹੈ, ਆਪਣੇ ਕੰਨਾਂ ਦੇ ਨਾਲ ਖਾਲਸੇ ਨੇ ਸਰਵਣ ਕਰਨਾ ਕੀਤਾ। ਪਠੈ ਸੁਨੈ ਮਨ ਮਹਿ ਗੁਨਹਿ, ਪੁਰਹਿ ਕਾਮਨਾ ਤਾਉਨ। ਕਵੀ ਰਾਜੀ ਕਹਿੰਦੇ ਕਿ ਭਾਈ ਹੁਣ ਇਹ ਜੋ ਕਥਾ ਹੈ, ਜੋ ਇਹ ਕਥਾ ਸੁਨੈ ਅਰ ਗਾਵੈ, ਦੁਖ ਪਾਪ ਤੈ ਤਿਸ ਨਿਕਟ ਨਾ ਆਵੈ। ਇਹ ਜੋ ਕਥਾ ਜਿਹੜਾ ਵੀ ਪਿਆਰਿਓ ਇਹਨੂੰ ਸਰਵਣ ਕਰੇਗਾ, ਮਨ ਦੇ ਵਿੱਚ ਧਾਰਨ ਕਰੇਗਾ, ਤੇ ਉਹਦੀ ਸਾਰੀ ਕਾਮਨਾ ਜਿਹੜੀ ਹੈ ਪੂਰਨ ਹੋ ਜਾਵੇਗੀ। ਇਥੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਗੁਰ ਪ੍ਰਣਾਲੀ ਪ੍ਰਸੰਗ ਵਰਣਨ ਨਾਮ ਅਸ਼ਟਮੋ ਅੰਸੂ। ਇੱਥੇ ਪਿਆਰਿਓ 8ਵਾਂ ਅਧਿਆਇ ਜਿਹੜਾ ਹੈ ਉਹਦੀ ਸਮਾਪਤੀ ਹੋਈ ਹੈ। ਇੱਥੋਂ ਤੱਕ ਸਤਿਗੁਰੂ ਮਹਾਰਾਜ ਜੀ ਦਾ ਮੰਗਲਾਚਰਨ ਕਵੀ ਰਾਜ ਜੀ ਨੇ ਕਰਨਾ ਕੀਤਾ। ਭਾਈ ਰਾਮ ਕੁਵਰ ਸਾਹਿਬ ਜੀ, ਉਹਨਾਂ ਦੇ ਪ੍ਰਤੀ ਉਹਨਾਂ ਦੀਆਂ ਕੁਝ ਸਾਖੀਆਂ, ਉਹਨਾਂ ਦਾ ਜਸ ਕਵੀ ਰਾਜ ਜੀ ਨੇ ਉਚਾਰਨ ਕਰਨਾ ਕੀਤਾ। ਇਹ ਗ੍ਰੰਥ ਦਾ ਮੁੱਢ ਕਿਸ ਤਰ੍ਹਾਂ ਬੱਜਾ, ਉਹ ਵੀ ਕਵੀ ਰਾਜ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਇਹ ਗੁਰੂ ਪ੍ਰਣਾਲੀ ਦਾ ਉਚਾਰਨ ਵੀ ਕਰਨਾ ਕੀਤਾ। ਹੁਣ ਪਿਆਰਿਓ 9ਵਾਂ ਇਹ ਅਧਿਆਇ, ਇਥੋਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਕਥਾ ਆਰੰਭ ਹੁੰਦੀ ਹੈ। ਦੋਹਰਾ ਏਕੋ ਰੂਪ ਸੋ ਦਸਮ ਗੁਰ ਪਾਰ ਬ੍ਰਹਮ ਆਨੰਦ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਸਤਿਗੁਰੂ ਮਹਾਰਾਜ ਇੱਕੋ ਰੂਪ ਹੋਏ ਹਨ। ਬੇਸ਼ੱਕ ਸਰੀਰ ਵੱਖਰੇ ਵੱਖਰੇ,
ਸਨ। ਜਾਮੇ ਮਹਾਰਾਜ ਜੀ ਨੇ ਬਦਲਨੇ ਕੀਤੇ, ਲੇਕਿਨ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਐ। ਉਹੀ ਜੋਤ ਹੈ, ਲੇਕਿਨ ਕਾਇਆ ਜਿਹੜੀ ਹੈ ਮਹਾਰਾਜ ਜੀ ਨੇ ਪਲਟ ਨਾ ਕੀਤਾ। 10 ਜਾਮਿਆਂ ਦੇ ਵਿੱਚ ਇੱਕੋ ਜੋਤ ਆਈ ਹੈ। ਪਦ ਅਰਬਿੰਦ ਮੁਕੰਦ ਬਰ ਬੰਦੋਂ ਦੁਆਇ ਕਰ ਬੰਦ। ਇਹ ਕਥਾ ਦਾ ਉਚਾਰਨ ਕਰਨ ਤੋਂ ਪਹਿਲਾਂ ਕਵੀ ਰਾਜ ਜੀ ਕਹਿੰਦੇ, ਇਹੋ ਜਿਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਸਾਰੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੈਂ ਆਪਣਾ ਮੱਥਾ ਰੱਖ ਕਰਕੇ ਮੱਥਾ ਟੇਕਦਾ ਹਾਂ ਤੇ ਬੇਨਤੀ ਕਰਦਾ, ਸਤਿਗੁਰੂ ਮਹਾਰਾਜ ਤੇ ਤੇਰੇ ਜੋਰ ਮੈਂ ਗੂੰਗਾ ਕਹਿਤਾ ਹਾਂ, ਤੇਰਾ ਸਦਕਾ ਤੇਰੀ ਸ਼ਰਨ। ਸਤਿਗੁਰੂ ਮਹਾਰਾਜ ਮੈਂ ਤਾਂ ਗੂੰਗਾ ਹਾਂ, ਮੇਰੇ ਅੰਦਰ ਕੋਈ ਜ਼ੋਰ ਨਹੀਂ ਹੈ ਜੋ ਮੈਂ ਇੱਕ ਸ਼ਬਦ ਵੀ ਉਚਾਰਨ ਕਰਨਾ ਕਰਾਂ, ਇਤਿਹਾਸ ਲਿਖ ਦਵਾਂ। ਮਹਾਰਾਜ ਤੁਹਾਡਾ ਜ਼ੋਰ ਹੈ, ਤੁਹਾਡਾ ਸਦਕਾ ਤੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਕਿਰਪਾ ਕਰੋ ਇਹ ਸਾਰਾ ਇਤਿਹਾਸ ਆਪ ਜੀ ਪੂਰਨ ਕਰਨਾ ਕਰੋ, ਮੇਰੀ ਰਸਨਾ ਦੇ ਵਿੱਚ ਵਸ ਕਰਕੇ, ਮੇਰੇ ਦਿਮਾਗ ਦੇ ਵਿੱਚ ਬੁੱਧੀ ਦੇ ਵਿੱਚ ਵਸ ਕਰਕੇ ਮਹਾਰਾਜ ਆਪਣਾ ਜਸ ਆਪ ਕਰਵਾ ਲੈਣਾ ਕਰੋ। ਸਵਈਆ ਸ਼੍ਰੀ ਗੁਰੂ ਨਾਨਕ ਪੂਰਨ ਤੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਪੂਰੇ ਸਤਿਗੁਰੂ ਜੀ ਹੋਏ ਹਨ। ਗੁਰਤਾ ਗੁਰ ਅੰਗਦ ਨੇ ਜਬ ਪਾਈ। ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਹੈ, ਧਿਆਨ ਹਿਰਦੈ ਗੁਰ ਮੂਰਤ ਕੋ। ਉਸ ਦਿਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕੀ ਕੀਤਾ? ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸਤਿਗੁਰੂ ਮਹਾਰਾਜ ਜੀ ਦੀ ਮੂਰਤ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਠਹਿਰਾਏ ਲਿਓ ਜਬ ਦੀਨ ਵਿਦਾਈ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਵਿਦਾ ਕਰਨਾ ਕੀਤਾ, ਆਪ ਨੂੰ ਪਿਆਰਿਓ ਇਤਿਹਾਸ ਦਾ ਪਤਾ ਹੋਵੇਗਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ, ਜੇ ਕੀਓਨ ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਬਾਬਾ ਲੈਣਾ ਜੀ ਨੂੰ ਜਦੋਂ ਪਰਖ ਕਰਕੇ ਗੁਰਤਾ ਗੱਦੀ ਅਰਪਣ ਕਰਨਾ ਕੀਤਾ, ਫਿਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਪੁਰਖਾ ਆਪ ਜੀ ਹੁਣ ਇੱਥੇ ਕਰਤਾਰਪੁਰ ਦੇ ਵਿੱਚ ਨਹੀਂ ਰਹਿਣਾ ਹੈ, ਇੱਥੋਂ ਆਪ ਜੀ ਆਪਣੇ ਨਗਰ ਖਡੂਰ ਸਾਹਿਬ ਦੇ ਵਿੱਚ ਚੱਲ ਜਾਓ, ਉੱਥੇ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਹੈ ਉੱਥੋਂ ਆਪ ਜੀ ਨੇ ਕਰਨਾ ਹੈ। ਗੁਰਸਿੱਖੀ ਦਾ ਕੇਂਦਰ ਜਿਹੜਾ ਹੈ ਖਡੂਰ ਸਾਹਿਬ ਦੇ ਵਿੱਚ ਆਪ ਜੀ ਨੇ ਸਥਾਪਿਤ ਕਰਨਾ। ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਫਿਰ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਤੇ ਖਡੂਰ ਸਾਹਿਬ ਆ ਗਏ। ਉੱਥੇ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਰੋਜ਼ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਿਆ ਕਰਦੇ ਸਨ। ਬੇਬਸ ਹੋਏ ਵਿਛੜਿਓ ਗੁਰ ਤੇ। ਤੇ ਬੇਬਸ ਹੋ ਕਰਕੇ ਬਸ ਤਾਂ ਨਹੀਂ ਚੱਲ ਰਿਹਾ ਸੀ, ਵਿਛੜਨਾ ਤਾਂ ਨਹੀਂ ਚਾਹੁੰਦੇ ਸਨ, ਲੇਕਿਨ ਫਿਰ ਵੀ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਮਹਾਰਾਜ ਜੀ ਤੋਂ ਵਿਛੜ ਕਰਕੇ ਅਸ਼ਟਾਂਗ ਕਰੀ ਮੁਖ ਕਾ ਰਜ ਲਾਈ। ਜਦੋਂ ਮਹਾਰਾਜ ਜੀ ਤੋਂ ਵਿਦਾ ਲੈ ਰਹੇ ਸਨ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸਾਸ਼ਟਾਂਗ ਇਹਨਾਂ ਨੇ ਦੰਡਵਤ ਪ੍ਰਣਾਮ ਕਰਨਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਆਪਣੇ ਮੁਖ ਮਸਤਕ ਤੇ ਲਾਈ ਹੈ। ਨੀਰ ਬਿਲੋਚਨ ਭੂਰ ਵਿਮੋਚਿਤ। ਵਿਰਾਗ ਦੇ ਵਿੱਚ ਪਿਆਰਿਓ ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਜਿਹੜਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜਾਈ ਜਾ ਰਿਹਾ ਹੈ। ਸੋਚਤ ਪ੍ਰੇਮ ਮਹਾ ਉਮਗਾਈ। ਸਤਿਗੁਰੂ ਮਹਾਰਾਜ ਜੀ ਦੇ ਬਾਬਤ ਜਦੋਂ ਸੋਚਦੇ ਹਨ, ਵਿਚਾਰ ਕਰਦੇ ਹਨ, ਕੀਓ ਹਿਓ ਮਿਲਨ ਪ੍ਰਭ ਤਾਈ। ਸ਼ਰੀਰ ਮਨੋ ਵਿਛਰਿਓ। ਜਿਸ ਤਰ੍ਹਾਂ ਪਿਆਰਿਓ ਕੋਈ ਬੰਦਾ ਜਦੋਂ ਚਲਾਣਾ ਕਰ ਜਾਵੇ, ਕਵੀ ਰਾਜ ਜੀ ਦ੍ਰਿਸ਼ਟਾਂਤ ਦਿੰਦੇ ਹਨ, ਸਰੀਰ ਦੇ ਵਿੱਚੋਂ ਜਿਸ ਤਰ੍ਹਾਂ ਪ੍ਰਾਣ ਪੰਖੇਰੂ ਉਡਾਰੂ ਮਾਰ ਜਾਂਦੇ ਹਨ, ਉਡਾਰੀ ਮਾਰ ਕੇ ਨਿਕਲ ਜਾਂਦੇ ਤੇ ਆਤਮਾ ਵੱਖਰੀ ਹੋ ਜਾਂਦੀ ਹੈ, ਸਰੀਰ ਵੱਖਰਾ ਹੋ ਜਾਂਦਾ। ਇੰਜ ਸਤਿਗੁਰੂ ਮਹਾਰਾਜ ਜੀ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਛੋੜਾ ਪੈ ਗਿਆ। ਬਿਰਹਾ ਕੁਲ ਤੇ ਉਰ ਵਿਆਕੁਲ ਭਾਰੇ। ਤੇ ਬਿਰਹਾ ਕੁਲ ਤੇ ਭਾਵ ਕੇ ਬਹੁਤ ਜ਼ਿਆਦੇ ਬਿਰਹਾ ਦੇ ਵਿੱਚ ਆ ਹੋ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵਿਆਕੁਲ ਹੋ ਗਏ ਹਨ। ਬੋਲਬ ਨਾਹੇ ਬਨੇ ਗੁਰ ਅਗਰਜ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬੋਲ ਵੀ ਨਹੀਂ ਸਕਦੇ ਸਨ, ਕਿਉਂਕਿ ਪਿਆਰਿਓ ਉਹ ਸੇਵਕ ਕਾਦਾ ਸੇਵਕ ਹੈ ਜਿਹੜਾ ਅੱਗੇ ਬੋਲ ਪਵੇ। ਮਹਾਰਾਜ ਜੀ ਨੇ ਕਿਹਾ, ਨਾ ਸਲਾਮ ਜਵਾਬ ਦੋਵੇਂ ਕਰੇ ਮੁੰਡਾ ਕੁੱਥਾ ਜਾਏ।
ਜਿਹੜਾ ਸਲਾਮ ਵੀ ਕਰੇ ਤੇ ਨਾਲ ਅੱਗੋਂ ਜਵਾਬ ਵੀ ਦੇ ਦਵੇ, ਉਹ ਪਿਆਰਿਓ ਚਾਕਰ ਨਹੀਂ ਹੁੰਦਾ, ਉਹ ਸੇਵਕ ਨਹੀਂ ਹੁੰਦਾ। ਸੰਕਟ ਤੂਸ਼ਨ ਠਾਨ ਸਹਾਰੇ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਇਹ ਨਹੀਂ ਕਿਹਾ ਸਤਿਗੁਰੂ ਮਹਾਰਾਜ ਮੈਂ ਇੱਥੋਂ ਨਹੀਂ ਜਾਣਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਪੁਰਖਾ ਆਪ ਜੀ ਇੱਥੋਂ ਚੱਲ ਜਾਓ, ਤਾਂ ਸਤਿਗੁਰੂ ਮਹਾਰਾਜ ਜੀ ਫਿਰ ਉਥੋਂ ਭਲਾ ਮਨਾ ਕਰਕੇ ਨਿਕਲ ਗਏ ਹਨ, ਉਥੋਂ ਚੱਲ ਗਏ। ਇਹ ਨਹੀਂ ਕਿਹਾ ਕਿ ਸਤਿਗੁਰੂ ਮਹਾਰਾਜ ਮੈਂ ਆਪ ਜੀ ਤੋਂ ਵਿਛੜ ਕਰਕੇ ਨਹੀਂ ਰਹਿ ਸਕਦਾ ਹਾਂ। ਆਇਸ ਮਾਨਵੋ ਧਰਮ ਧਰਿਓ। ਕਿਉਂਕਿ ਜਦੋਂ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਪਿਆਰਿਓ ਇੱਕ ਨੇਮ ਜਿਹੜਾ ਹੈ ਉਹਨੂੰ ਬੰਨ ਕਰਕੇ ਰੱਖਣਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਰਹਿਣਾ। ਸਤਿਗੁਰੂ ਮਹਾਰਾਜ ਜੀ ਦਾ ਬਚਨ ਕਦੇ ਨਹੀਂ ਮੋੜਨਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਜਦੋਂ ਵੀ ਪਿਆਰਿਓ ਮਹਾਰਾਜ ਜੀ ਨੇ ਪਰਖ ਕਰਨੀ ਕੀਤੀ, ਬਚਨ ਕਰਨਾ ਕੀਤਾ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਦੇ ਪਿਆਰਿਓ ਮੁਖ ਨਹੀਂ ਮੋੜਿਆ, ਬਚਨ ਨਹੀਂ ਪਲਟਾਉਣਾ ਕੀਤਾ। ਜਦੋਂ ਅੱਧੀ ਰਾਤ ਨੂੰ ਕਿਹਾ ਸਤਿਗੁਰੂ ਮਹਾਰਾਜ ਜੀ ਨੇ ਪੁਰਖਾ ਜਾਓ ਇਹ ਬਸਤਰ ਨੂੰ ਧੋ ਕਰਕੇ ਤੇ ਸੁਖਾ ਕਰਕੇ ਲੈ ਕੇ ਆਉਣਾ। ਪੁੱਤਰਾਂ ਨੇ ਵੀ ਸੇਵਕਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਹੈ ਮਹਾਰਾਜ, ਦੇ ਦਿਓ, ਰੱਖ ਲਵਾਂਗੇ, ਦਿਨੇ ਜਾਵਾਂਗੇ। ਲੇਕਿਨ ਮਹਾਰਾਜ ਜੀ ਨੇ ਜਵਾਬ ਨਹੀਂ ਦਿੱਤਾ। ਇਹ ਨਹੀਂ ਕਿਹਾ ਕੋਈ ਨਹੀਂ ਮਹਾਰਾਜ ਬਾਅਦ ਵਿੱਚ ਜਾਣਾ, ਫਿਰ ਕਿਹਾ ਕੋਈ ਗੱਲ ਨਹੀਂ ਹੈ ਮਹਾਰਾਜ, ਸਦ ਬਚਨ। ਉਸੇ ਵੇਲੇ ਤੁਰ ਪਏ। ਜਦੋਂ ਮਹਾਰਾਜ ਜੀ ਨੇ ਬਾਟਾ ਜਿਹੜਾ ਹੈ ਗੰਦਗੀ ਦੇ ਵਿੱਚ ਸੁੱਟ ਦਿੱਤਾ, ਤੇ ਫਿਰ ਸਾਰਿਆਂ ਨੂੰ ਕਿਹਾ ਕਿ ਜਾਓ ਭਈਆ ਬਾਟਾ ਜਿਹੜਾ ਲੈ ਕੇ ਆਓ। ਸਾਰੇ ਇਨਕਾਰੀ ਹੋ ਗਏ। ਤੇ ਜਦੋਂ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਦੇ ਵੱਲ ਇਸ਼ਾਰਾ ਕੀਤਾ ਤੇ ਚਿੱਕੜ ਦੇ ਵਿੱਚ ਗੰਦਗੀ ਦੇ ਵਿੱਚ ਉਤਰ ਰਹੇ ਸਨ, ਲੋਕਾਂ ਨੇ ਕਿਹਾ, ਸਿਆਣਿਆਂ ਨੇ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਬਸਤਰ ਤਾਂ ਲਾ ਲਿਓ, ਬੇਸ਼ੱਕ ਤਨ ਤੁਹਾਡਾ ਲਿਬੜ ਜਾਵੇਗਾ ਇਸ਼ਨਾਨ ਕਰਕੇ, ਤੇ ਆਪਣੇ ਤਨ ਨੂੰ ਤਾਂ ਪਖਾਰ ਲੈਣਾ ਹੈ, ਲੇਕਿਨ ਬਸਤਰ ਕਿਉਂ ਤੁਸੀਂ ਖਰਾਬ ਕਰਦੇ ਹੋ? ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ ਜੇ ਮੈਂ ਬਸਤਰਾਂ ਦੇ ਵੱਲ ਜਾਵਾਂਗਾ ਤੇ ਮਹਾਰਾਜ ਜੀ ਦੇ ਬਚਨਾਂ ਦੀ ਅਦੂਲੀ ਹੋਵੇਗੀ। ਉਹਨਾਂ ਨੇ ਬਚਨਾਂ ਦਾ ਜਿਹੜਾ ਮਨ ਕਰਕੇ ਬਸਤਰਾਂ ਦਾ ਪ੍ਰਵਾਹ ਨਹੀਂ ਕਰਨਾ ਕੀਤਾ। ਉਸੇ ਵੇਲੇ ਮਹਾਰਾਜ ਜੀ ਨੇ ਕਿਹਾ ਤੇ ਤਤ ਛਿਣ ਗੰਦਗੀ ਦੇ ਵਿੱਚ ਜਾ ਕਰਕੇ ਬਾਟਾ ਲੈ ਕੇ ਆਏ। ਜਿਨ੍ਹਾਂ ਨੇ ਇਹੀ ਪ੍ਰਣ ਕੀਤਾ ਸੀ ਜੋ ਮਰਜ਼ੀ ਹੋ ਜਾਏ ਸਤਿਗੁਰੂ ਮਹਾਰਾਜ ਜੀ ਦਾ ਬਚਨ ਨਹੀਂ ਮੋੜਨਾ। ਤਜ ਨਾਹਿ ਸਕੇ ਨਹਿ ਬਾਕ ਉਚਾਰੇ। ਕਦੇ ਵੀ ਸਤਿਗੁਰੂ ਮਹਾਰਾਜ ਜੀ ਦਾ ਬਚਨ ਨਹੀਂ ਮੋੜਿਆ ਤੇ ਕਦੇ ਬਚਨ ਵੀ ਨਹੀਂ ਕੀਤਾ ਕੋਈ ਗੱਲ ਨਹੀਂ ਹੈ ਮਹਾਰਾਜ ਕਰ ਦਵਾਂਗੇ। ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ, ਜਦੋਂ ਕਿਹਨੂੰ ਆਪਾਂ ਬਚਨ ਕਰਦੇ ਹਾਂ ਭਾਈ ਇਹ ਕੰਮ ਕਰਨਾ, ਉਹ ਕਹਿੰਦਾ ਜੀ ਕੋਈ ਗੱਲ ਨਹੀਂ ਹੈ ਤੁਹਾਡਾ ਕੰਮ ਹੋ ਜਾਵੇਗਾ, ਮੈਂ ਕੱਲ ਉੱਥੇ ਹੀ ਜਾਣਾ ਤੇ ਕੱਲ ਉੱਥੇ ਜਾ ਕਰਕੇ ਤੁਹਾਡਾ ਵੀ ਕਰਕੇ ਆਵਾਂਗਾ। ਇਸ ਤਰ੍ਹਾਂ ਬਚਨ ਵੀ ਨਹੀਂ ਮੋੜਿਆ। ਜਦੋਂ ਕਿਹਾ ਕਾਲ ਕਰੰਤਾ ਅਬ ਹੈ ਕਰ ਅਬ ਕਰਤਾ ਸੋਈ ਤਾਲ, ਪਾਸ਼ੈ ਕਛੂ ਨਾ ਹੋਈ ਹੈ ਜੋ ਸਿਰ ਪਰ ਆਵੇ ਕਾਲ। ਕਦੇ ਕਾਨ ਕਨੌੜ ਨਹੀਂ ਕੀਤੀ, ਉਸੇ ਵੇਲੇ ਤਤਕਾਲ ਉਹ ਬਚਨ ਪੂਰਾ ਕੀਤਾ। ਹੋਏ ਵਿਦਾ ਤਤਕਾਲ ਚਲੇ ਨਿਜ। ਤਤਕਾਲ ਫਿਰ ਉਥੋਂ ਵਿਦਾ ਹੋ ਕਰਕੇ ਵਾਪਸ ਆ ਗਏ। ਗ੍ਰਾਮ ਖੰਡੂਰ ਕੇ ਪੰਥ ਪਧਾਰੇ। ਖਡੂਰ ਸਾਹਿਬ ਦੇ ਪੰਥ ਦੇ ਉੱਤੇ ਪ੍ਰਧਾਰਨਾ ਕੀਤਾ। ਉਥੋਂ ਚੱਲ ਕਰਕੇ ਖਡੂਰ ਸਾਹਿਬ ਆ ਗਏ ਹਨ। ਆਵਤ ਹੈ ਚਿਤ ਮੈਂ ਚਿਤਵੰਤਤ। ਜਦੋਂ ਭਾਉ ਕਿਰਪਾਲਾ ਮਨ ਦੇ ਵਿੱਚ ਇਹੀ ਸੋਚਦੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੁਭਾਅ ਬੜਾ ਕਿਰਪਾਲੂ ਹੈ, ਵੱਡੇ ਵੱਡੇ ਪਾਪੀਆਂ ਨੂੰ ਮਹਾਰਾਜ ਜੀ ਨੇ ਤਾਰਨਾ ਕੀਤਾ, ਉਹਨਾਂ ਦੇ ਉੱਤੇ ਵੀ ਕਿਰਪਾ ਕੀਤੀ। ਦੀਨ ਪਰ ਦਿਆਲ ਪਛਾਨਤ ਕਹਾਲ ਕੋ। ਸਤਿਗੁਰੂ ਮਹਾਰਾਜ ਦੀਨਾ ਦੇ ਦਿਆਲ ਹਨ, ਦੀਨਾ ਨਾਥ, ਦੀਨਾ ਬੰਧੂ ਹਨ, ਤੇ ਇੱਕ ਤਿਲ ਨਹੀਂ ਭੰਨੈ ਕਹਲੈ। ਜਿਹੜਾ ਵੀ ਕਹਾਲ ਕਮਾਈ ਕਰਦਾ ਸਤਿਗੁਰੂ ਮਹਾਰਾਜ ਉਹਨਾਂ ਦੀ ਕਹਾਲ ਨੂੰ ਪਹਿਚਾਣਦੇ ਹਨ। ਸੇਵਕ ਕੇ ਬਸ ਪ੍ਰੇਮ ਵਿਸਾਲਾ। ਤੇ ਨਾਲ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਦੇ ਵਸ ਹਨ ਤੇ ਆਪਣੇ ਸੇਵਕਾਂ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ। ਚਾਹਤ ਹੈ ਪ੍ਰਸਥਾਨ ਬੈਕੁੰਠ ਕੋ। ਲੱਗਦਾ ਮਨ ਵਿੱਚ ਵਿਚਾਰ ਕਰਦੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੇ ਲੱਗਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਬੈਕੁੰਠ ਪਿਆਨਾ ਕਰਨਾ ਚਾਹੁੰਦੇ ਹਨ। ਮੋਹਿ ਵਡਾਈ ਦੇ ਕੀਨ ਨਿਰਾਲਾ। ਤੇ ਮੈਨੂੰ ਵਡਾਈ ਦੇ ਕਰਕੇ ਮੈਨੂੰ ਇੱਥੋਂ ਨਿਰਾਲਾ ਕਰਨਾ ਕੀਤਾ, ਮੈਨੂੰ ਲਾਂਭੇ ਕਰ ਦਿੱਤਾ, ਪਾਸੇ ਕਰ ਦਿੱਤਾ। ਸੰਕਟ ਵਿਯੋਗ
ਕੋ ਮੋਹਿ ਬਧਿਓ। ਤੇ ਲੱਗਦਾ ਕਿ ਭਾਈ ਮਹਾਰਾਜ ਜੀ ਦਾ ਜਦੋਂ ਵਿਯੋਗ ਹੋ ਜਾਣਾ ਹੈ, ਮਹਾਰਾਜ ਜੀ ਨੇ ਆਪਣੇ ਤਨ ਦਾ ਤਿਆਗ ਕਰਨਾ ਤੇ ਮੈਨੂੰ ਬੜਾ ਸੰਕਟ ਪ੍ਰਾਪਤ ਹੋਵੇਗਾ। ਇਸ ਕਰਕੇ ਲੱਗਦਾ ਮਹਾਰਾਜ ਜੀ ਨੇ ਪਹਿਲਾਂ ਹੀ ਮੈਨੂੰ ਲਾਂਬੇ ਕਰ ਦਿੱਤਾ। ਬਸ ਨਾਹੇ ਚਲੇ ਤਿਨਕੇ ਬਚਨਾਲਾ। ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਤਾਂ ਮੇਰਾ ਵੀ ਵਸ ਨਹੀਂ ਚੱਲਦਾ ਹੈ, ਕਿਉਂਕਿ ਮੈਨੇ ਜੋ ਪ੍ਰਤੱਗਿਆ ਕੀਤੀ ਮਹਾਰਾਜ ਜੀ ਦਾ ਬਚਨ ਨਹੀਂ ਮੋੜਨਾ। ਇਹ ਨਹੀਂ ਕਿਹਾ ਕਿ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਹਾਂ। ਜਦੋਂ ਮਹਾਰਾਜ ਜੀ ਨੇ ਕਿਹਾ ਪੁਰਖਾ ਆਪ ਜੀ ਇੱਥੋਂ ਚੱਲ ਜਾਓ ਆਪਣੇ ਨਗਰ, ਉੱਥੇ ਰਹਿ ਕਰਕੇ ਗੁਰਤਾ ਗੱਦੀ ਨੂੰ ਭੋਗਣਾ ਕਰੋ, ਗੁਰਸਿੱਖੀ ਦਾ ਪ੍ਰਚਾਰ ਕਰੋ, ਤਾਂ ਉਸੇ ਵੇਲੇ ਗਲ ਵਿੱਚ ਪੱਲਾ ਪਾ ਕਰਕੇ ਹੱਥ ਜੋੜ ਕਰਕੇ ਕਿਹਾ ਸਤ ਬਚਨ ਮਹਾਰਾਜ। ਸ੍ਰੀ ਗੁਰੂ ਅੰਗਦ ਬੀਜ ਖਡੂਰ ਕੇ। ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਬੈਠ ਖਡੂਰੈ ਜੋਤ ਜਗਾਈ, ਖਡੂਰ ਸਾਹਿਬ ਦੇ ਵਿੱਚ ਆ ਕਰਕੇ ਜੋਤ ਜਗਾਉਣਾ ਕੀਤਾ। ਆਏ ਪ੍ਰਵੇਸ਼ ਭਏ ਨਿਜ ਥਾਈ। ਆ ਕਰਕੇ ਆਪਣਾ ਨਿਜ ਅਸਥਾਨ, ਆਪਣਾ ਘਰ ਜਿਹੜਾ ਜਦੋਂ ਉੱਥੇ ਪ੍ਰਵੇਸ਼ ਕੀਤਾ ਹੈ। ਮੌਨ ਧਰੇ ਨ ਕੌਣ ਮਿਲੈ। ਸਤਿਗੁਰੂ ਮਹਾਰਾਜ ਜੀ ਨੇ ਮੌਨ ਧਾਰਨ ਕਰਨਾ ਕੀਤਾ, ਕਿਹਦੇ ਨਾਲ ਨਹੀਂ ਮਿਲਦੇ ਹਨ, ਸਦਾ ਮਸਤ ਰਹਿੰਦੇ। ਵਿਚ ਭਉਨ ਬਰੇ ਪਿਖ ਮਾਈ ਪਿਰਾਈ। ਤੇ ਫਿਰ ਆ ਕਰਕੇ ਮਾਤਾ ਪਿਰਾਈ ਜੀ ਉੱਥੇ ਰਿਹਾ ਕਰਦੇ ਸਨ। ਸਤਿਗੁਰੂ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਆ ਕਰਕੇ ਇਕਾਂਤ ਵਾਸ ਕਰਨਾ ਕੀਤਾ ਤੇ ਮਾਤ ਪਿਰਾਈ ਨੂੰ ਕਿਹਾ ਕਿ ਆਪ ਜੀ ਆ ਬੂਹਾ ਜਿਹੜਾ ਬੰਦ ਕਰ ਦੇਣਾ ਕਰੋ। ਬੂਝਤ ਸ੍ਰੀ ਗੁਰੂ ਨਾਨਕ ਕੇ ਸੁਧ। ਤੇ ਫਿਰ ਮਾਤ ਪਿਰਾਈ ਨੇ ਪੁੱਛਣਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਬਾਬਤ ਦੇ ਬਾਬਤ, ਸਤਿਗੁਰੂ ਮਹਾਰਾਜ ਜੀ ਦੇ ਬਾਬਤ ਆਪ ਜੀ ਸਾਨੂੰ ਕੋਈ ਖਬਰ ਦੇਣਾ ਕਰੋ। ਕੌਣ ਸੇ ਥਾਨ ਤਜੇ ਸੁਖਦਾਈ। ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਰਿਆਂ ਨੂੰ ਸੁਖ ਦੇਣ ਵਾਲੇ, ਉਹ ਹੁਣ ਕਿੱਥੇ ਹਨ। ਕਿਉਂ ਤੁਮ ਕੋਠਰੀ ਆਨ ਥਿਰੇ ਮਨ। ਤੇ ਮਾਤ ਪਿਰਾਈ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪ ਜੀ ਛੱਡ ਕਰਕੇ ਕਿਉਂ ਆਏ ਹੋ, ਤੇ ਹੁਣ ਇਸ ਕੋਠਰੀ ਦੇ ਵਿੱਚ, ਇਸ ਘਰ ਦੇ ਵਿੱਚ ਕਿਉਂ ਤੁਸੀਂ ਇਕਾਂਤ ਵਾਸ ਕਰਨਾ ਚਾਹੁੰਦੇ, ਕੀ ਕਾਰਨ ਹੈ, ਇਹਦਾ ਕੀ ਪ੍ਰਯੋਜਨ ਹੈ, ਆਪ ਜੀ ਸਾਨੂੰ ਦੱਸਣਾ ਕਰੋ। ਮਨ ਭੰਗ ਅਹਿ ਮੁਖ ਨਾ ਬਿਕਸਾਈ। ਤੇ ਆਪ ਜੀ ਦਾ ਲੱਗਦਾ ਮਨ ਜਿਹੜਾ ਭੰਗ ਹੋ ਗਿਆ, ਮਨ ਕਰਕੇ ਬੜੇ ਉਦਾਸ ਹੋ ਤੇ ਮੁਖ ਆਪ ਜੀ ਦਾ ਮੁਰਝਾਇਆ ਹੋਇਆ ਹੈ। ਕੋਈ ਅਨਹੋਣੀ ਘਟਨਾ ਤਾਂ ਨਹੀਂ ਵਾਪਰੀ ਹੈ, ਕੀ ਕਾਰਨ ਵਰਤਿਆ। ਪੂਸ਼ਨ ਠਾਨ ਭਨਿਓ ਕੁਛ ਨਾਹਿਨ। ਸਤਿਗੁਰੂ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਪ੍ਰਸ਼ਨਾਂ ਨੂੰ ਸੁਣ ਕਰਕੇ ਪਿਆਰਿਓ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਜੀ ਨੇ ਚੁੱਪੀ ਨੂੰ ਧਾਰਨ ਕੀਤਾ ਹੈ। ਆਨਨ ਦੀਰਘ ਸ਼ਵਾਸ ਭਰਿਓ। ਬਸ ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਜੀ ਹੌਂਕੇ ਲੈਂਦੇ ਹਨ, ਲੰਬੇ ਲੰਬੇ ਸਵਾਸ ਖਿੱਚਦੇ। ਲੋਚਨ ਨੀਰ ਵਿਮੋਚਤ ਸੋਚਤ। ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਜਿਹੜਾ ਜਾਈ ਜਾ ਰਿਹਾ। ਸਤਿਗੁਰੂ ਮਹਾਰਾਜ ਮਨ ਕਰਕੇ ਵਿਚਾਰਾਂ ਦੇ ਵਿੱਚ, ਸੋਚਾਂ ਦੇ ਵਿੱਚ ਲੱਗ ਗਏ। ਲੋਚਤ ਹੈ ਚਿਤ ਮੇਲ ਕਰਨਾ ਤੇ ਨਾਲ ਪਿਆਰਿਓ ਮਹਾਰਾਜ ਜੀ ਨੇ ਇਹ ਵੀ ਕਿਹਾ ਪੁਰਖਾ ਤੁਸੀਂ ਹੁਣ ਵਾਪਸ ਇੱਥੇ ਨਹੀਂ ਆਉਣਾ ਹੈ, ਤੁਹਾਨੂੰ ਮਿਲਣਾ ਤਾਂ ਅਸੀਂ ਆਪ ਚੱਲ ਕੇ ਆਵਾਂਗੇ, ਆਪ ਤੁਹਾਨੂੰ ਬੁਲਾਵਾਂਗੇ ਤਾਂ ਆਉਣਾ, ਆਪ ਆਪਣੀ ਮਰਜ਼ੀ ਦੇ ਨਾਲ ਨਹੀਂ ਆਉਣਾ। ਐਸ ਦਸ਼ਾ ਪਿਖ ਜਾਣੀ ਹਿਰਦੈ। ਤੇ ਇਹੋ ਜੀ ਦਸ਼ਾ ਵੇਖ ਕਰਕੇ ਮਾਤ ਪਿਰਾਈ ਨੇ ਮਨ ਵਿੱਚ ਇੰਜ ਜਾਣਨਾ ਕੀਤਾ। ਤਿਨ ਸ੍ਰੀ ਗੁਰ ਨਾ ਇਸ ਲੋਕ ਥਰਿਓ। ਉਹਨਾਂ ਦੇ ਮਨ ਵਿੱਚ ਆਇਆ ਕਿ ਲੱਗਦਾ ਸਤਿਗੁਰੂ ਮਹਾਰਾਜ ਇੰਨੇ ਗਮਗੀਨ ਹੋ ਗਏ, ਇੰਨੇ ਵਿਰਾਗ ਦੇ ਵਿੱਚ ਆ ਗਏ, ਇਹਦਾ ਇਹੀ ਮਤਲਬ ਹੋਵੇਗਾ ਲੱਗਦਾ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਪ੍ਰਭਪੁਰ ਪਿਆਨਾ ਤਾਂ ਨਹੀਂ ਕਰ ਗਏ, ਆਪਨੇ ਧਾਮ ਬੇਕੁੰਠ ਗਏ। ਲੱਗਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਨਿਜ ਅਸਥਾਨ ਸੱਚਖੰਡ ਗਮਨ ਕਰਨਾ ਕੀਤਾ। ਇਨ ਵਿਯੋਗ ਭਇਓ ਦੁਖ ਦੇਹ ਧਰਿਓ। ਆ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦਾ ਵਿਯੋਗ, ਮਹਾਰਾਜ ਜੀ ਦਾ ਵਿਛੋੜੇ ਕਰਕੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਹੁਤ ਲੰਬੇ ਹੌਕੇ ਲੈ ਰਹੇ ਹਨ। ਬੜਾ ਦੁੱਖ ਇਹਨਾਂ ਨੇ ਪ੍ਰਗਟ ਕਰਨਾ ਕੀਤਾ, ਬਹੁਤ ਇਹਨਾਂ ਨੂੰ ਵਿਰਾਗ ਚੜ ਕੇ ਆਇਆ, ਵਿਛੋੜੇ ਦਾ ਦੁੱਖ ਇਹਨਾਂ ਨੂੰ ਪ੍ਰਾਪਤ ਹੋ ਰਿਹਾ ਹੈ। ਲੱਗਦਾ ਇਹਨਾਂ ਦਾ ਪ੍ਰੀਤਮ, ਇਹਨਾਂ ਦਾ ਮਾਹੀ ਜਿਹੜਾ ਹੈ, ਇਹਨਾਂ ਦੀ ਜਿੰਦ ਜਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਦੀ ਵਿਕਾਰ ਲਈ ਇਹਨਾਂ ਤੋਂ ਵਿਛੜ ਗਏ ਹਨ। ਇਹ ਅਨੁਮਾਨ ਮਾਤਾ ਪਿਰਾਈ ਨੇ ਆਪਣੇ ਮਨ ਵਿੱਚ ਕਰਨਾ ਕੀਤਾ। ਹੁਣ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਇਹ ਬਚਨ ਕਰਦੀ ਹੈ ਤੇ ਮਹਾਰਾਜ ਜੀ ਕੀ ਕੌਤਕ ਵਰਤਾਉਂਦੇ ਹਨ, ਉਹ ਇਤਿਹਾਸ ਆਪਾਂ ਆਉਣ ਵਾਲੇ
ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਾਤਾ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ। ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ, ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ
ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।